हेलो गाइस, वेलकम बैक टू डी अकैडमी। सो ਆਪਾਂ ਨੈਸ਼ਨਲ ਹਿਸਟਰੀ ਕਰ ਰਹੇ ਸੀ, ਉਹਦੇ ਵਿੱਚ ਆਪਾਂ ਮੋਸਟ ਆਫ ਹੈ ਜਿਹੜੀ ਤੁਹਾਡੀ ਉਹ ਕਵਰ ਅਪ ਕਰ ਦਿੰਦੇ। ਅੱਜ ਦੇ ਵਿੱਚ ਆਪਾਂ ਦਿੱਲੀ ਸਲਤਨਤ ਨੂੰ ਕਵਰ ਕਰਦੇ ਹਾਂ। ਐਂਸ਼ੀਅੰਟ ਹਿਸਟਰੀ ਸੀ ਜਿਹੜੀ ਤੁਹਾਡੀ ਉਹ ਜ਼ਿਆਦਾਤਰ ਕਵਰ ਹੋ ਗਈ ਸੀਗੀ। ਅਨਨੈਸੈਸਰੀ ਮੱਥਾ ਮਾਰਨ ਦਾ ਫਾਇਦਾ ਨਹੀਂ, ਬਿਕੋਜ਼ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ। ਸੋ ਆਪਾਂ ਹੁਣ ਮੀਡੀਵਲ ਸ਼ੁਰੂ ਕਰਦੇ ਹਾਂ, ਠੀਕ ਹੈ ਜੀ। ਸੋ ਉਹਦੇ ਵਿੱਚ ਤੁਹਾਡੀ ਮੀਡੀਵਲ ਦੀ ਸ਼ੁਰੂਆਤ ਉਦੋਂ ਹੁੰਦੀ ਹੈਗੀ ਜਦੋਂ ਮੁਸਲਿਮ ਰੂਲਰ ਸੀ, ਜਿਹੜਾ ਪਹਿਲਾ ਮੁਸਲਿਮ ਹਮਲਾ ਸੀ ਭਾਰਤ ਦੇ ਉੱਪਰ ਹੋਇਆ ਸੀ 712 ਦੇ ਵਿੱਚ। ਮੁਹੰਮਦ ਬਿਨ ਕਾਸਿਮ ਜਾਂ ਮੀਰ ਕਾਸਿਮ ਨਾਮ ਦੇ ਇਨਸਾਨ ਸੀ ਜੋ ਸ਼ਾਸਕ ਸੀ, ਉਸਨੇ ਸਿੰਧ ਦੇ ਉੱਪਰ ਕਬਜ਼ਾ ਕੀਤਾ ਜੀ। ਹਾਲਾਂਕਿ ਕਬਜ਼ਾ ਥੋੜੇ ਟਾਈਮ ਦੇ ਲਈ ਸੀ, ਬਾਅਦ ਵਿੱਚ ਛੁਡਾ ਲਿਆ ਸੀ, ਬਟ ਪਹਿਲਾ ਹਮਲਾ ਭਾਰਤ ਦੇ ਉੱਪਰ ਜੋ ਮੁਸਲਿਮ ਸ਼ਾਸਕ ਨੇ ਕੀਤਾ ਉਹ ਸੀ ਮੁਹੰਮਦ ਬਿਨ ਕਾਸਿਮ ਜਾਂ ਮੀਰ ਕਾਸਿਮ ਵੀ ਉਹਨੂੰ ਕਿਹਾ ਜਾਂਦਾ, 712 ਈਸਵੀ, ਠੀਕ ਹੈ ਜੀ। ਇਸ ਤੋਂ ਬਾਅਦ ਲੰਬੇ ਸਮੇਂ ਤੱਕ ਹੈ ਜਿਹੜਾ ਭਾਰਤ ਦੇ ਉੱਪਰ ਕੋਈ ਹਮਲਾਵਰ ਨਹੀਂ ਆਇਆ, ਬਾਹਰੋਂ ਅਰਬ ਦਾ ਹਮਲਾਵਰ ਨਹੀਂ ਆਇਆ। ਬਟ ਉਸ ਤੋਂ ਬਾਅਦ ਜੋ ਹਮਲਾਵਰ ਆਇਆ ਜੀ ਉਸਦਾ ਨਾਮ ਸੀਗਾ ਮੁਹੰਮਦ ਗਜਨੀ। ਇੱਥੇ ਨਹੀਂ ਹੈ ਜਗ੍ਹਾ, ਇੱਥੇ ਲਿਖ ਦੇਣਾ ਜੀ ਮੁਹੰਮਦ ਗਜਨੀ, ਠੀਕ ਹੈ ਜੀ। ਮੁਹੰਮਦ ਨਹੀਂ, ਸੌਰੀ, ਮਹਿਮੂਦ ਗਜਨੀ। ਸੋ ਜੋ ਮਹਿਮੂਦ ਗਜਨੀ ਹੈ, ਇਸ ਨੂੰ ਗਜਨੀ ਦਾ ਮਹਿਮੂਦ ਵੀ ਕਿਹਾ ਜਾਂਦਾ ਸੀ। ਇਹ ਕਾਫੀ ਮਸ਼ਹੂਰ ਹੈ। ਪਹਿਲਾ ਹਮਲਾ ਜੀ ਇਹਨੇ ਕੀਤਾ 1001 ਦੇ ਵਿੱਚ। ਉਸ ਤੋਂ ਬਾਅਦ ਇਹਨੇ ਹਮਲਾ ਕੀਤੇ ਜੀ ਲਗਾਤਾਰ ਭਾਰਤ ਦੇ ਉੱਪਰ 17 ਟੋਟਲ 17 ਹਮਲੇ ਮਹਿਮੂਦ ਗਜਨੀ ਨੇ ਕੀਤੇ ਨੇ, ਜਿਹਦੇ ਵਿੱਚੋਂ 1025 ਦੇ ਵਿੱਚ ਇਸਨੇ ਹਮਲਾ ਕੀਤਾ ਸੀਗਾ ਜੀ ਸੋਮਨਾਥ ਮੰਦਿਰ ਦੇ ਉੱਪਰ, ਜੋ ਇਸਦਾ 16ਵਾਂ ਹਮਲਾ ਸੀ ਭਾਰਤ ਦੇ ਉੱਪਰ, ਤੇ ਇਹਨੇ ਸੋਮਨਾਥ ਮੰਦਿਰ ਨੂੰ ਤਬਾਹ ਕੀਤਾ ਸੀ। ਸੋ ਬੇਸਿਕਲੀ ਜਿਹੜੇ ਇਹਦੇ 17 ਹਮਲੇ ਸੀ ਉਹ ਰੇਡਾਂ ਸੀ, ਹਮਲਾ ਕਰਦਾ ਸੀ ਲੁੱਟ ਕੇ ਲੈ ਜਾਂਦਾ ਸੀ, ਹਮਲਾ ਕਰਦਾ ਸੀ ਲੁੱਟ ਕੇ ਲੈ ਜਾਂਦਾ ਸੀ। ਸੋ ਇਸ ਢੰਗ ਦੇ ਨਾਲ ਇਹਨੇ ਹਮਲੇ ਕੀਤੇ ਸੀ। ਕੋਈ ਇਹਨੇ ਰਾਜ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੁਹੰਮਦ ਗਜਨੀ ਨੇ, ਠੀਕ ਹੈ ਜੀ। ਮਹਿਮੂਦ ਗਜਨੀ ਨੇ, ਸੌਰੀ, ਮੁਹੰਮਦ ਨਾਮ ਤੇ ਚੜਿਆ ਹੋਇਆ, ਮੁਗਲਸ ਦੇ ਉੱਪਰ ਮੁਹੰਮਦ ਆਇਆ, ਮਹਿਮੂਦ ਗਜਨੀ, ਠੀਕ ਹੈ ਜੀ। ਚਲੋ 1030 ਦੇ ਵਿੱਚ ਇਸ ਦੀ ਡੈਥ ਹੋ ਗਈ ਜੀ। 1026 ਦੇ ਵਿੱਚ ਇਸ ਦਾ ਲਾਸਟ ਹਮਲਾ ਸੀ, 1030 ਦੇ ਵਿੱਚ ਡੈਥ ਹੋ ਗਈ, ਤਾਂ ਉਹ ਵੀ ਸਿਕਿਉਰ ਹੋ ਗਿਆ। ਉਸ ਤੋਂ ਬਾਅਦ ਗਜਨੀ ਵੱਲੋਂ ਹਮਲਾ ਹੋ ਹੀ ਨਹੀਂ ਸਕਦਾ, ਜੋ ਡੈਡ ਹੋ ਗਿਆ। ਬਟ ਇਹ ਨਹੀਂ ਕਿ ਤੁਹਾਡੇ ਹਮਲੇ ਜਿਹੜੇ ਉਹ ਰੁਕ ਗਏ, ਇਦਾਂ ਦਾ ਕੁਝ ਵੀ ਨਹੀਂ ਸੀਗਾ। ਇਸ ਤੋਂ ਬਾਅਦ ਜੋ ਭਾਰਤ ਉੱਪਰ ਹਮਲਾ ਕੀਤਾ ਜੀ ਉਹ ਕੀਤਾ ਮੁਹੰਮਦ ਗੌਰੀ ਨੇ। ਮੁਹੰਮਦ ਗੌਰੀ ਸੀ ਜਿਹੜਾ ਜੀ ਗੌਰ ਇਲਾਕੇ ਦਾ ਸੀ, ਅਫਗਾਨਿਸਤਾਨ ਦੇ ਦਾ। ਉਸਨੂੰ ਕਿਹਾ ਜਾਂਦਾ ਵਰਲਡ ਬਰਨਰ, ਵੀ ਸੰਸਾਰ ਨੂੰ ਜਲਾਉਣ ਵਾਲਾ, ਠੀਕ ਹੈ ਜੀ, ਇਹ ਨਾਮ ਉਸਨੂੰ ਦਿੱਤਾ ਜਾਂਦਾ। ਸੋ ਇਸਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਇਹਨੇ ਗੁਜਰਾਤ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਰਾਜਸਥਾਨ ਦੇ ਜ਼ਰੀਏ, ਬਟ ਇਹ ਸਕਸੈਸਫੁਲ ਨਹੀਂ ਹੋ ਸਕਿਆ, ਰੇਗਿਸਤਾਨ ਕ੍ਰਾਸ ਨਹੀਂ ਕਰ ਸਕਿਆ, ਸੌਰੀ। ਉਸ ਤੋਂ ਬਾਅਦ ਜੀ ਇਹਨੇ ਜੋ ਮੇਨ ਏਰੀਆ ਸੀ ਦਿੱਲੀ, ਉਹਨੂੰ ਕੈਪਚਰ ਕਰਨ ਦੇ ਲਈ ਪੰਜਾਬ ਦਾ ਜੋ ਲਾਹੌਰ, ਸਿਆਲਕੋਟ ਜਾਂ ਪਿਸ਼ਾਵਰ ਏਰੀਆ ਸੀ ਉਸ ਦੇ ਉੱਪਰ ਕਬਜ਼ਾ ਕੀਤਾ ਜੀ। ਸਭ ਤੋਂ ਪਹਿਲਾਂ ਇਹ ਏਰੀਆਜ਼ ਇਹਨੇ ਕੈਪਚਰ ਕੀਤੇ, ਇਹਨਾਂ ਨੂੰ ਦਬਾਇਆ। ਇਸ ਤੋਂ ਬਾਅਦ ਇਸਨੇ ਦਿੱਲੀ ਦੇ ਲਈ ਜਾਂ ਉੱਪਰ ਲਾਹੌਰ ਅੱਗੇ ਭਾਰਤ ਦੇ ਵਿੱਚ ਐਡਵਾਂਸ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹਦੀ ਜਿਹੜੀ ਇਹ ਕੋਸ਼ਿਸ਼ ਸੀ, ਇਸ ਨੂੰ ਰੋਕਿਆ ਜੀ ਪ੍ਰਿਥਵੀ ਰਾਜ ਚੌਹਾਨ ਨੇ। ਸੋ 1193 ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਈ ਜੀ ਤਰਾਇਣ ਦੀ ਪਹਿਲੀ ਲੜਾਈ 1191 ਦੇ ਵਿੱਚ ਹੋਈ ਹੈ, ਜਿਹਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਟੋਟਲੀ ਮੁਹੰਮਦ ਗੌਰੀ ਨੂੰ ਹਰਾ ਦਿੱਤਾ ਤੇ ਉਹ ਵਾਪਸ ਚਲਾ ਗਿਆ, ਠੀਕ ਹੈ ਜੀ। ਨੈਕਸਟ 1192 ਦੇ ਵਿੱਚ ਫਿਰ ਆਇਆ ਉਹ। 1192 ਦੇ ਵਿੱਚ ਉਹਨੇ ਫਿਰ ਹਮਲਾ ਕੀਤਾ ਤੇ ਤਰਾਇਣ ਦੀ ਫਿਰ ਤੋਂ ਲੜਾਈ ਹੋਈ। ਇਸ ਦੇ ਵਿੱਚ ਹੋਇਆ ਕਿ 1192 ਦੇ ਵਿੱਚ ਇੱਕ ਜੈਚੰਦ ਨਾਮ ਦਾ ਸ਼ਾਸਕ ਸੀ ਕਨੌਜ ਦਾ, ਜਿਹਨੇ ਪ੍ਰਿਥਵੀ ਰਾਜ ਚੌਹਾਨ ਦੀ ਪਹਿਲਾਂ ਮਦਦ ਕੀਤੀ ਸੀ, ਬਟ ਉਹਦੀ ਬੇਟੀ ਸੀ ਜਿਹਨੂੰ ਪ੍ਰਿਥਵੀ ਰਾਜ ਪਸੰਦ ਕਰਦਾ ਸੀ, ਸੰਯੁਕਤਾ। ਸੋ ਇਹਨਾਂ ਦੇ ਮਸਲੇ ਕਰਕੇ ਜੈਚੰਦ ਨੇ ਉਹਦੀ ਹੈਲਪ ਨਹੀਂ ਕੀਤੀ। ਤਾਂ 1192 ਦੇ ਵਿੱਚ ਹੋਈ ਤਰਾਇਣ ਦੀ ਦੂਜੀ ਲੜਾਈ, ਉਹਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਹਾਰ ਗਿਆ, ਠੀਕ ਹੈ ਜੀ। ਅਤੇ ਇੱਥੇ ਜੋ ਮੁਹੰਮਦ ਗੌਰੀ ਸੀ ਉਹਦਾ ਰੂਲ ਸੀ ਜਿਹੜਾ ਸਟੈਬਲਿਸ਼ ਹੋ ਗਿਆ। ਇਸ ਤੋਂ ਬਾਅਦ ਉਹਦੇ ਜਰਨੈਲਾਂ ਨੇ ਅੱਗੇ ਵੀ ਹਮਲੇ ਕੀਤੇ, ਕਾਫੀ ਦੂਰ ਦੂਰ ਤੱਕ ਉਹਨਾਂ ਨੇ ਮਾਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਈ ਤਾਂ ਏਰੀਆ ਉਹਨਾਂ ਨੇ ਕੈਪਚਰ ਵੀ ਕਰ ਲਏ ਸੀ, ਠੀਕ ਹੈ ਜੀ। ਜੈਚੰਦ ਵੀ ਸੀ ਜਿਹੜਾ ਕਨੌਜ ਦਾ, ਉਹਨੂੰ ਵੀ ਨਹੀਂ ਛੱਡਿਆ ਸੀ। 2 ਸਾਲ ਬਾਅਦ ਉਹਦੇ ਉੱਪਰ ਵੀ ਹਮਲਾ ਕਰਕੇ ਉਹਨੂੰ ਕੈਪਚਰ ਕਰ ਲਿਆ ਸੀ ਜੀ। ਮੁਹੰਮਦ ਗੌਰੀ ਸੀ ਆਪਣੇ ਇਲਾਕੇ ਗੌਰ ਦੇ ਵਿੱਚ ਵਾਪਸ ਚਲਾ ਗਿਆ ਜੀ ਅਫਗਾਨਿਸਤਾਨ, ਬਟ ਇਸ ਜਗ੍ਹਾ ਦੇ ਉੱਪਰ ਉਹ ਆਪਣੇ ਇੱਕ ਗੁਲਾਮ ਨੂੰ ਸ਼ਾਸਕ ਲਾ ਗਿਆ ਜੀ, ਗੁਲਾਮ ਨੂੰ ਸੁਭਾ ਗਿਆ, ਉਹਨੂੰ ਗਵਰਨਰ ਬਣਾ ਗਿਆ ਇਸ ਏਰੀਆ ਦੇ, ਭਾਈ ਤੂੰ ਇਹ ਏਰੀਆ ਨੂੰ ਸਾਂਭ। ਉਸ ਗੁਲਾਮ ਦਾ ਨਾਮ ਸੀ ਕੁਤਬੁੱਦੀਨ ਐਬਕ,
सो गुलाम है जिहड़ा उदों तक गुलाम है जदों तक उहदा मालक है। 1206 दे विच मुहम्मद गौरी की मौत हो गई जी, तो कुतुब उद दीन ऐबक ने अपने आप को उसकी गुलामी तो बाहर कर लिया तो खुद को सुल्तान डिकलेयर कर दिता जी दिल्ली एरिए का। तो इत्थों अपने लिए शुरू होंगी है भारत के विच दिल्ली सल्तनत, ठीक है जी। सुल्तान चले ने जिन्ना टाइम लैके 1206 तो लैके 1526 तक तुहाडे लिए दिल्ली सल्तनत चली है। सो इत्थों लैके इहदे विच सारे सुल्तान आए ने, तां करके आपां इहनूं कहने कि दिल्ली सल्तनत, ठीक है जी। ਇਹਦੇ ਵਿੱਚ ਕਿਹੜੀਆਂ ਵੰਸ਼ਜ ਆਏ ਨੇ, ਕਿਹੜੇ ਵੰਸ਼ ਆਏ ਨੇ, ਉਹ ਵੰਸ਼ ਕਿਹੜਾ ਲੰਮਾ ਟਾਈਮ ਚੱਲਿਆ, ਕਿਹੜਾ ਘੱਟ ਟਾਈਮ ਚੱਲਿਆ, ਕਿਹੜੇ ਵੰਸ਼ ਦਾ ਕਿੰਨਾ ਟਾਈਮ ਸੀ, ਇਹ ਵੀ ਇੰਪੋਰਟੈਂਟ ਹੋ ਜਾਂਦਾ ਹੈ। ਦਿੱਲੀ ਸਲਤਨਤ ਇਹਨਾਂ ਫੈਕਟਾਂ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ ਜੀ। ਸੋ ਪਹਿਲਾ ਸੁਲਤਾਨ ਹੀ ਆਪਾਂ ਦੇਖ ਦਿਆਂਗੇ ਕੁਤਬੁੱਦੀਨ ਐਬਕ ਹੈ ਜੀ, ਜਿਹੜਾ ਉਹ ਦਿੱਲੀ ਦਾ ਜੋ ਦਿੱਲੀ ਸਲਤਨਤ ਦਾ ਜਿਹੜਾ ਪਹਿਲਾ ਵੰਸ਼ ਹੈ ਗੁਲਾਮ ਵੰਸ਼, ਉਹਦੇ ਨਾਲ ਸੰਬੰਧਿਤ ਹੈ। ਗੁਲਾਮ ਕਿਉਂ? ਕਿਉਂਕਿ ਕੁਤਬੁੱਦੀਨ ਐਬਕ ਮੁਹੰਮਦ ਗੌਰੀ ਦਾ गुलाम सी जी, इस करके। वैसे ही जिस कबीले नाल संबंधित सी, जिहड़ी ट्राइब सी इन्हां दी, उस ट्राइब का नाम सी जी इलबारी। उस ट्राइब का नाम इलबारी सी, इस करके इहनूं इलबारी वंश भी कहा जाता है। गुलाम वंश के नाल नाल इलबारी वंश भी इहनूं नाम दिता जाता है, ठीक है जी। सो गुलाम वंश तुहाडा 1206 तो 90 तक है जी। सब तो पहला शासक कुतुबुद्दीन ऐबक 1206 तो लैके 1210 तक जी। इस बंदे नूं इहदी काइंडनेस करके, जनरोसिटी करके इहनूं लख बख्श का नाम भी दिता जाता है जी। जो इस तरह के जिहड़े टाइटल ने वो इंपॉर्टेंट हो जाते हैं। सो कुतुबुद्दीन ऐबक नूं मिलिया होया लख बख्श का नाम जी। इस तो इलावा कुतुबुद्दीन ऐबक नूं तुसीं जाणदे हो कुतुब मीनार दे लई, दिल्ली दे विच इसने कुतुब मीनार बनवाउणी शुरू कीती जी। ਉਹ ਜਿਹੜੀ ਬਣਵਾਉਣੀ ਸ਼ੁਰੂ ਕੀਤੀ ਸੀ ਉਹ ਸੀ ਕੁਤਬੁੱਦੀਨ ਬਖਤਿਆਰ ਕਾਕੀ। चिश्ती संप्रदा, सूफियां का जिहड़ा सिलसिला है चिश्ती संप्रदा, ਉਹਦੇ ਨਾਲ ਸੰਬੰਧਿਤ संत की याद ਦੇ ਵਿੱਚ ਇਹਨੇ ਬਣਵਾਉਣੀ शुरू की जी। इस तो इलावा इसने मस्जिदां बनवाईयां सीगीਆਂ। 2.5 दिन का झोपड़ा अजमेर ਦੇ ਵਿੱਚ ਤੇ कुव्वत उल इस्लाम, ये भी ਇਹਨੇ दिल्ली ਦੇ ਵਿੱਚ जो मस्जिद है जी ये बनवाई सी, ठीक है जी। चलो नैक्सट कुतुबुद्दीन ऐबक सी जिहड़ा जी ਉਹ घोड़े तो डिग गया सी, घोड़े तो वो चौगान खेड रहा सी, चौगान खेडदा होया डिग गया। चौगान है जिहड़ी अजकल आपां तुसीं नाम दे सकदे हो उहनूं पोलो, घोड़े के उपर खेडदे हो हाकी नाल इदां सोटी नाल गेंद मार के भजाउंदे ने, उहनूं पोलो कहंदे ने। वो खेडदा होया घोड़े तो डिग गया ते इहदी डैथ हो गई, ठीक है जी। सो कुतुबुद्दीन ऐबक तो बाद बिठाया गया सी आराम शाह गद्दी के उपर। 1210 दे विच ही आराम शाह आ गए सी, इत्थे मैं मैंशन नहीं कीता, वैसे तुहानूं दस रहांगा। बट आराम शाह एक कैपेबल रूलर नहीं सीगा, तां करके उन्होंने उतार दिता गया। ते जिहड़े अमीन ने नोबल, ध्यान रखना जी इत्थे हुण सारी दिल्ली सल्तनत दे विच अमीना का मेन रोल रहूगा, ठीक है जी। जिन्नी भी आपां दिल्ली सल्तनत पढ़ांगे अमीन कौन सी बेसिकली, जिवें आपां गल कर रही है कि महाराजा रणजीत सिंह सीगा ते उहदे नाल नीचे उहदे सरदार सी जिन्हां लवे फौज हुंदी सी तगड़ी, ठीक है जी। हुण ये नहीं सी भी हर एक लवे स्टैंडिंग आर्मी भी 1.5 लाख की 2 लाख की स्टैंडिंग मारे नहीं, उन्हां लवे अगे उन्हां दे जिहड़े हैल्प दे लई हुंदे सी, जिवें अमीन हो गए, सरदार हो गए, उन्हां लवे फौज हुंदी सी, वो इकट्ठे करके लिआउंदे सी। सो अमीन एक वड्डा रोल अदा करदे सी, ठीक है जी। आराम शाह नूं अमीना ने उतार दिता ते उन्हां ने पक्ष लिया इल्तुतमिश दा। इल्तुतमिश सी जिहड़ा कुतुबुद्दीन ऐबक दा जवाई सी जी, ठीक है जी। सो इसनूं गद्दी दे उपर बिठा दिता गया। इल्तुतमिश ने राजपूतों पर बड़े हमले किए, राजपूत स्टेट्स भी इन्हें कब्जे दे विच लईआं ते काफ़ी दूर तक इन्हें दिल्ली सल्तनत सी जिहड़ी ओह एज कंपेयर टू कुतुबुद्दीन ऐबक लैके गया जी, काफ़ी दूर तक गया। इस दे टाइम के उपर मंगोल का लीडर सी चंगेज खान, उसने हमला किया जी। ते चंगेज खान तो डरदा होया एक भज्जा होया रूलर सीगा, वो इहदे कोल आया बचन दे लई, बट इहने जवाब देता तो चंगेज खान के हमले तो इसने दिल्ली नूं बचा के रखा, ठीक है जी। चलो उस तो बाद इसने अपनी जो अथॉरिटी सी सल्तनत की अथॉरिटी वो बगदाद दे विच खलीफे तो प्रमाणित करा ली सी जी भी दिल्ली का सुल्तान ये है, वो प्रमाणता इन्हें लै ली सी, ठीक है जी। एक इन्हें कम किया सी जी जो तुहाडा इल्तुतमिश आ गया, ये काम के लिए बड़ा ज्यादा इंपॉर्टेंट जाने जाता जी। ये 40 ये जिहड़े गुलाम अमीन सीगे, वफादार अमीन सी, उन्होंने इन्हें 40 तैयार किए सी, जिन्होंने तुरता ये चहलगानी भी कहा जाता है, ठीक है जी। अगे जाके आप देखेंगे बहुत ज्यादा कंट्रोल के विच आ जाएगी, काफ़ी चीज़ें कंट्रोल करनी शुरू कर देगी, ठीक है जी।
इस तो इलावा दिल्ली दे विच इसने एकता सिस्टम की शुरुआत की ते उन्हां दे विच एकतादार थापे जी। सिल्वर का इन्हें टंका चलाया ते तांबे का इन्हें जो है जित्तल शुरू किया। ठीक है जी। चलो इंडिया दे विच इल्तुतमिश नूं कहा जाता जी फादर ऑफ टॉम बिल्डिंग, मकबरे बनाउण दा पिता। सो इल्तुतमिश नूं इह नाम दिता जाता है। इल्तुतमिश दा अगे एक बेटा सी ते बेटी भी सीगी। इल्तुतमिश चाहुंदा सी कि इहदी जो बेटी है, नाम तुहानूं पता हो रजिया सुल्तान, जो रजिया है वो अगली सुल्तान बने। ठीक है जी। वो हक दे विच सीगा। बट जिहड़े अमीन सी, आपां ओही गल कर रहे हैं, वो अमीन उहदे हक दे विच नहीं सीगे, तां उन्हां ने रजिया नूं सुल्तान नहीं बन दिता। बट इल्तुतमिश दा जिहड़ा बेटा सी रुकनुद्दीन फिरोज, उसनूं गद्दी दे उपर बिठा दिता जी। सो रुकनुद्दीन फिरोज तुहाडा सिर्फ 1 साल दे लिए रहा है, 1236 दे विच ही रहा है, तां करके मैं इत्थे उहनूं मैंशन नहीं किया। रुकनुद्दीन फिरोज शासन करन दे जो लायक नहीं सीगा जी। सो ये होया कि एक विद्रोह होया, वो विद्रोह नूं दबाउण दे लई वो दिल्ली छड्ड के चला गया। तां मगरों रजिया सुल्तान ने तख्त के उपर कब्जा कर लिया जी, ते रजिया की बन गई अगली सुल्तान। 1236 तो लैके 40 तक है जिहड़ा रजिया सुल्तान ने शासन किया। हुण रजिया का डिफरेंट कंसैप्ट है, वो ये है कि इहदा रहन सहन डिफरेंट सी। रजिया सुल्ताना वांगू जां आपां कह लईए कि पुरुषां वांगू रहना ज़्यादा पसंद करदी सी। उहदा पहरावा उस तरह का सी। उस टाइम दे विच औरतां सी मूँह ढकदियां सी। ठीक है जी। सल्तनत है, मुस्लिम खेतर हैगा, तां ओह सी। बट इहने कुछ भी नहीं कीता, दरबार दे विच इदां ही आउंदी, इसे तरह दरबार लगाउंदी सी, सारा काम इह सुल्ताना वाला करदी सी। जिस तो जिहड़े कई ज़्यादा दरबारी सी जां अमीन सी, वो इन्हां चीज़ां तो चलदे सी रजिया दियां। ठीक है जी। सो काफ़ी इहदे अगेंस्ट भी सी। इहनूं एक औरत नूं ओह सुल्तान बनदा नहीं देख सकदे सी। चलो नैक्सट। इस तो बाद जी होर जिहड़ी चीज़ रजिया सुल्तान ने की जिन्हों काफ़ी ज़्यादा जिस तो प्रभावित होए, वो ये सीगा कि इसका एक अफ्रीकी सवलेव सीगा, गुलाम सी अफ्रीकी, जिहदा नाम सी याकूत। याकूत नाम का रजिया सुल्तान का अफ्रीकी गुलाम सी, जिसनों ये काफ़ी ज़्यादा पसंद करती सीगी। इस तो इलावा इसने बड़े एक अहुदे के उपर भी इनू लगा दिता सी याकूत को, जिस तो ये जिहड़े संगी साथी सी, दरबारी सीगे, अमीन सीगे, वो काफ़ी ज़्यादा ये नाल खफा हो गए। उन्होंने किया जी, बठिंडे का गवर्नर, जो बठिंडे का किला सी, उहदा गवर्नर सी अल्तूनिया। अल्तूनिया नूं सारी चीज़ बारे जब पता लगे तो अमीना ने उन्हें उकसाया तो वो विद्रोह करवा दिता। ठीक है जी। सो अल्तूनिया ने विद्रोह किया, तब बठिंडे के विद्रोह को दबाउण दे लई रजिया सुल्तान बठिंडे आई जी दिल्ली तो। सो बठिंडे उपर इहने हमला किया, अल्तूनिया उपर हमला किया, बट ये रजिया सुल्तान सी जिहड़ी हार गई। तो याकूत नूं अल्तूनिया ने मार दिता जी, ते रजिया सुल्तान नूं बठिंडे के किले दे विच कैद कर लिया। ठीक है जी। चलो सो जो बाज आंदी नाल बनी कोई रजिया दी, तो अखीर नूं उसने जो अल्तूनिया से रजिया नूं पसंद करता सी, तो अखीर नूं रजिया ने उस नाल मैरिज करवा ली जी। मैरिज करवा के उन्हें कहा भाई हुण इस टाइम के उपर वो है कि इहदा जिहड़ा तख्त सी वो चला गया सी। ठीक है जी। दोबारा फिर तो एक जो अयोग शासक सी वो बिठा दिता गया सीगा अमीना द्वारा। सो अल्तूनिया नूं रजिया ने कहा भी भाई चल आप जाके अपना जिहड़ा शासन है वह लईए, आप हुण ब्याह वगैरह तो हो ही गया। सो अल्तूनिया इहदे नाल चल पिया जी। रस्ते दे विच गए तो एक जिहड़ी साजिश सी उसका शिकार होए, तो अल्तूनिया से जिहड़ा वो मारिया गया जी, उसकी फौज भी जिहड़ी सी मारी गई। रजिया उस तों भज गई। रजिया नूं बाद विच कैंथल दे कोल जाटां दे वल्लों मार दिता गया जी। सो इस तरह रजिया सुल्तान 1240 दे विच एंड हो गई। ठीक है जी। नैक्सट। इस तो बाद गियासुद्दीन बलबन आया जी, जिसका टाइम तुसीं पढ़ रहे हो इत्थे 1265। हुण 40 ते 65 दे विच 25 साल का फर्क है। ठीक है जी। ये टाइम पीरियड उदा है जी कि इत्थे जो गद्दी सी उहदे उपर कोई योग शासक नहीं आ सकिया। सो बेसिकली इत्थे चालिसा सी जिहड़ी वो अपनी मनमानी कर रही सी, ना किसी नूं आउण दे रही सी ते ना ही कोई चज दा काम होण दे रही सी, कोई शासन इत्थे टिक सके। गियासुद्दीन बलबन सी जिहड़ा यह उस चालिसा का ही एक मैंबर सी जी। ठीक है जी। 1265 दे विच इह तख्त दे उपर आया। तख्त के उपर आके इसने इल्तुतमिश की फैमिली के जिहड़े जिन्ने भी मैंबर बचे सब तो पहला उन्होंने कतल किया, तो उस तो बाद तख्त के उपर आया। चालिसा का ही एक मैंबर सी जी।
सब तो पहला तो इन्हें चालीसा ਨੂੰ खत्म किया आके, जो तुर्का ये चहलगानी सी उसनों खत्म कर दिता गयासुद्दीन बलबन ने। नेक्स्ट जी, इस तो बाद जो भी सल्तनत की जिन्नी पावर सी इन्हें उन्होंने रिस्टोर करने की, दोबारा वापस लियाने की कोशिश की, पूरे का पूरा तकड़ा बनाने की जी। मिलिटरी नूं वजारत तो अलग किया गया, मिलिटरी कंट्रोल से उसके लिए अलग तो डिपार्टमेंट बनाया, दीवान ए अर्ज, गयासुद्दीन बलबन द्वारा दीवान ए अर्ज नाम का मिलिटरी के लिए अलग का डिपार्टमेंट बनाया गया। इन चीज़ों को नोट करी चलो, नाल नाल काम दी होंदियां ने, जो भी डिपार्टमेंट बने या जो भी चीज़ां हुई, ठीक है जी। चलो उस तो बाद हुणे सुल्तान तो किसी पासों नहीं है, ना तो वो परिवार चो आ रहा है, ना वो किसी साख संबंधी के आ रहा, तो यह एक थोड़ी प्रॉब्लमैटिक हो रही सी चीज़। तो इन्हें आपदे आप नूं सुल्तान डिक्लेयर किया, उहदे नाल इहने एक उपाधि लई ज़िले इलाही, आपदे आप नूं इहने ज़िले इलाही कहा जी, भी कहना भाई जो सुल्तान है तुहाडा ओह खुदा दा जां परमात्मा दा परछाम हैगा, ज़िले इलाही हैगा, ठीक है जी। इहदी इहने उपाधि लेती। इस तो बाद दो इहने सिस्टम होर शुरू किए, जिहदे लई आपां खासकर बलबन नूं जाण देंगे। हुण ये तो कंसैप्ट तुहानूं पता लग ही गया भी ज़िले इलाही उहनूं करना पै रहा, तो ओबवियसली इहनूं अमीन सी जां जिहड़े होर चहलगानी दे मैंबर सी जां इदां दे सिस्टम च मन नहीं रहे सीगे भी राजा। सो इहने की है जी कीता, नवे सिस्टम शुरू किए, सिजदा पाइबूस, ये नाम के दो नवे सिस्टम ने जिहड़े ने शुरू किए। सिजदा की सीगा भी भाई कहना जिथे भी तुसीं सुल्तान नूं देखोगे, ठीक है, सुल्तान है तुरया जाता है, इत्थे बैठा गा, सुल्तान कोलों लंघ रहे हो, जिथे भी देखोगे तो तुहानूं झुक के इदां सिजदा करना पऊगा। ये कंपलसरी है, जिहड़ा नहीं करूगा फिर उहदे पैणी है, ठीक है जी। ये सिस्टम सी पाइबोस ने शुरू किया भी जदों भी दरबार लग्या हो तो सब तो पहला दरबार दे विच आके तुहानूं जो सुल्तान हो उहदे पैर ते किस करनी हो, उस तो बाद जिथे मर्जी तुसीं बैठना खड़ना खड़ जाओ, ठीक है जी। सो बेसिकली करके रहा से बलबन अपनी अथॉरिटी जमाने की कोशिश कर रहा सी, अपने आप को सुल्तान बनाने की ही कोशिश कर रहे सी, जो उन्होंने मन्निया नहीं जा रहा सी, ठीक है जी। चलो नेक्स्ट, इस तो बाद एक इहने जो पर्शियन जो अपने आ जाते हैं तिहार नौरोज, वो भी इन्हें इत्थे शुरू किए जी। नौरोज की शुरुआत भी इसने की। दूसरी गल करिए आपां इहदे राज की, तो उहदे विच इहने लहू अते लोहे की नीति अपनाई भी जे तो कोई मन रहा सी तो ठीक है, जे नहीं मन रहा सी तो यह चक दिंदा सी बट्टे जी। सो इस तरह ना इन्हें जो अपना शासन है उन्होंने चलाने की कोशिश की। फारसी जिहड़ा साहित्य सी उसनूं भी इन्हें काफ़ी बढ़ावा दिता जी। अमीर खुसरो जिन्होंने आप कहते हैं तूती ए हिंद, यानी कि पैरट ऑफ इंडिया, अमीर खुसरो, ये दरबार दे विच सीगा जी गयासुद्दीन बलबन दे। चलो जी, सो बाला टाइम ना टिक सकिया, अखीर नूं मौत गयासुद्दीन बलबन दी आई, तो बलबन आई जिहड़ा वो 86 दे विच चल बसिया। 86 तो 90 तक जो तख्त सी उहदे उपर काफ़ी हड़बड़ रही, तो वो हड़बड़ दे चलदे होए इस तो बाद जिहड़े बलबन तो बाद दे जिहड़े शासक आए सीगे इहदी लाइन दे विच वो सामण वाले ना रहे, तो 90 दे विच आके जलालुद्दीन खिलजी ने जिहड़ा वो आखिरी शासक सीगा केश वंश का उन्होंने उतार दिता जी। तो तुहाडे लई नैक्सट वंश शुरू हो गया खिलजी वंश। 90 तो लैके 1320 तक चलूगा जी, यह 30 साल का वंश है जी, यह जिहड़ा चलेगा। सो इसका सब तो पहला तुहाडे लई शासक है जलालुद्दीन खिलजी, 1290 तो लैके 96 तक इन्हें शासन किया जी। यह बेसिकली जिहड़ा तुहाडा राजा सीगा इन्हें सहनशीलता की नीति अपनाने की कोशिश की। हुण जदों भी तुसीं इतिहास पढ़ोगे ये एक चीज़ हमेशा देखोगे, चाहे तुसीं मध्यकालीन का पढ़ रहे हो, एंशिएंट का पढ़ रहे हो, एंशिएंट के घट नॉलेज है उस टाइम की, उस तो बाद का पढ़ रहे हो या इस तो बाद तुसीं मॉडर्न पढ़ोगे, कभी भी स्ट्रिक्ट रूलर आता, बहुत ज्यादा ताकतवर रूलर आता भी जिहड़ा चीज़ां कंट्रोल करके रखता, मारदा करदा है। उस तो बाद अगला शासक है जिहड़ा थोड़ा नरम हो जाता होगा, ताकि लोगों की सहानुभूति लै सके भी यार कोई गल नहीं, मैं तुहाडे नाल नहीं, टेंशन ना लो, ठीक है जी। सो इस तरह का तुहाडा जलालुद्दीन खिलजी का काम सीगा। नैक्सट जी, हुण जो जलालुद्दीन खिलजी सी इहदा एक भतीजा सी अगे, ते इहदा भतीजा होने दे नाल नाल जवाई भी सी, उसका नाम सी जी अलाउद्दीन खिलजी।
ਅਲਾਉਦੀਨ ਖਿਲਜੀ ਨੇ 1296 ਦੇ ਵਿੱਚ ਜਲਾਲੁਦੀਨ ਖਿਲਜੀ ਨੂੰ ਮਾਰ ਦਿੱਤਾ ਜੀ, ਤੇ ਮਾਰ ਕੇ ਖੁਦ ਹੈ ਜਿਹੜਾ ਉਸ ਦੀ ਜਗ੍ਹਾ ਦੇ ਉੱਪਰ ਗੱਦੀ ਦੇ ਉੱਪਰ ਆ ਗਿਆ ਜੀ। ਅਗਲਾ ਸ਼ਾਸਕ ਬਣਿਆ ਤੁਹਾਡੇ ਕੋਲ ਅਲਾਉਦੀਨ ਖਿਲਜੀ। 1296 ਤੋਂ ਲੈ ਕੇ 1316 ਤੱਕ ਇਸ ਬੰਦੇ ਨੇ ਰਾਜ ਕੀਤਾ ਜੀ। ਇਸ ਬੰਦੇ ਨੂੰ ਕਾਫੀ ਕੰਮਾਂ ਦੇ ਲਈ ਆਪਾਂ ਜਾਣਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਹੁਣ ਅਮੀਨ ਦੁਆਰਾ ਫਿਰ ਤੋਂ ਤੁਹਾਡੇ ਉਹੀ ਆ ਗਏ, ਜਿਹੜੇ ਤਾਂ ਅਮੀਨ ਇਹਦੀ ਸਾਈਡ ਦੇ ਵਿੱਚ ਆਏ ਵੀ ਠੀਕ ਹੈ ਯਾਰ ਇਹ ਸੁਲਤਾਨ ਬਣ ਗਿਆ ਵੀ ਅਸੀਂ ਤੇਰੇ ਨਾਲ ਆ ਭਾਈ, ਕੋਈ ਗੱਲ ਨਹੀਂ, ਟੈਨਸ਼ਨ ਨਾ ਲੈ, ਚੱਕ ਦਾਂਗੇ ਫਟੇ। ਉਹਨੂੰ ਤਾਂ ਇਹਨੇ ਗੋਲਡ ਦਾ ਸੋਨਾ ਦਿੱਤਾ, ਸੋਨਾ ਚਾਂਦੀ ਨਵਾ ਤੇ ਉਹਦੇ ਨਾਲ, ਠੀਕ ਹੈ ਜੀ। ਜਿਹੜੇ ਇਹਨੂੰ ਅਪੋਜ਼ ਕਰਦੇ ਸੀ ਉਹਦੀ ਇਹਨੇ ਫੈਮਿਲੀ ਵੀ ਖਤਮ ਕਰ ਦਿੱਤੀ, ਗਾਹਾਂ ਦੀ ਗਾਹਾਂ ਫੈਮਿਲੀਆਂ ਵੀ ਖਤਮ ਕਰ ਦਿੱਤੀਆਂ ਜੀ ਅਲਾਉਦੀਨ ਖਿਲਜੀ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਸ਼ਾਸਨ ਹੈ ਜੀ ਅਲਾਉਦੀਨ ਖਿਲਜੀ ਨੇ ਆਪਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਇਸਨੇ ਆਪਣੇ ਸ਼ਾਸਨ ਦੇ ਵਿੱਚ ਪਾਰਟੀਆਂ ਕਰਾਉਣੀਆਂ ਉਹ ਬੰਦ ਕਰਾ ਦਿੱਤੀਆਂ ਜੀ, ਨਸ਼ਾ ਵਗੈਰਾ ਬੰਦ ਕਰਾ ਦਿੱਤਾ, ਸ਼ਰਾਬ ਬੰਦ ਕਰਵਾ ਦਿੱਤੀ, ਠੀਕ ਹੈ ਜੀ। ਆਪਸ ਦੇ ਵਿੱਚ ਜਿਹੜੇ ਅਮੀਨ ਨੇ ਉਹਨਾਂ ਦੇ ਵਿੱਚ ਅਗਰ ਵਿਆਹ ਹੋਣਗੇ ਤਾਂ ਉਹ ਪਹਿਲਾਂ ਅਲਾਉਦੀਨ ਖਿਲਜੀ ਨੂੰ ਪੁੱਛਣਗੇ। ਇਸ ਤਰ੍ਹਾਂ ਦਾ ਸਿਸਟਮ ਇਹਨੇ ਸ਼ੁਰੂ ਕਰ ਦਿੱਤਾ। ਕਿਸੇ ਨੇ ਅਮੀਨ ਨੇ ਆਪਣੇ ਘਰ ਪਾਰਟੀ ਰੱਖਣੀ ਹੈ, ਉਹਨੂੰ ਪਹਿਲਾਂ ਪਰਮਿਸ਼ਨ ਲੈਣੀ ਪਊਗੀ। ਸੋ ਇਹਨੇ ਕਾਫੀ ਜ਼ਿਆਦਾ ਤੁਹਾਡਾ ਇੱਕ ਆਰਗੇਨਾਈਜ਼ ਸਿਸਟਮ ਹੈ, ਕੰਟਰੋਲਡ ਸਿਸਟਮ ਹੈ ਰੱਖਣ ਦੀ ਉਹ ਕੋਸ਼ਿਸ਼ ਕੀਤੀ। ਸਪਾਈ ਸਿਸਟਮ ਇਹਨੇ ਸ਼ੁਰੂ ਕੀਤਾ ਜੀ, ਜਾਸੂਸੀ ਸ਼ੁਰੂ ਕੀਤੀ, ਜਿਸ ਦੇ ਵਿੱਚ ਇਹਨੂੰ ਸਭ ਦੀ ਨੌਲੇਜ ਰਹਿੰਦੀ ਸੀ ਵੀ ਕਿੱਥੇ ਕੀ ਹੋ ਰਿਹਾ ਹੈਗਾ। ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨੇ ਸ਼ੁਰੂਆਤ ਕੀਤੀਆਂ, ਠੀਕ ਹੈ ਜੀ। ਚਲੋ ਨੈਕਸਟ, ਇਹਦੇ ਨਾਲ ਨਾਲ ਇਸਨੇ ਕਾਫੀ ਜ਼ਿਆਦਾ ਕਬਜ਼ੇ ਵੀ ਕੀਤੇ, ਚਿਤੌੜ, ਮਾਲਵਾ, ਰਣਥੰਭੋਰ, ਇਹਨਾਂ ਏਰੀਆ ਦੇ ਉੱਪਰ ਵੀ ਇਹਨੇ ਕਾਫੀ ਕਬਜ਼ੇ ਕੀਤੇ ਨੇ, ਠੀਕ ਹੈ ਜੀ। ਚਲੋ ਨੈਕਸਟ, ਇਸ ਤੋਂ ਬਾਅਦ ਜਿਹੜਾ ਅਲਾਉਦੀਨ ਖਿਲਜੀ ਹੈ ਜੀ, ਇਹਦੇ ਲਈ ਬਹੁਤ ਜ਼ਿਆਦਾ ਆਪਾਂ ਚੀਜ਼ਾਂ ਪੜ੍ਹਦੇ ਹੁੰਦੇ ਹੈਗੇ, ਉਹਨਾਂ ਚੋਂ ਇੰਪੋਰਟੈਂਟ ਪਿਕ ਕਰਾਂਗੇ ਆਪਾਂ। ਸਿਰਫ ਇੱਕ ਆ ਜਾਂਦਾ ਜੀ ਦਾਗ ਅਤੇ ਚਿਹਰਾ। ਮਿਲਟਰੀ ਦੇ ਵਿੱਚ ਜਾਂ ਫੌਜ ਦੇ ਵਿੱਚ ਇਹਨੇ ਜੋ ਤੁਹਾਡਾ ਕੀ ਕਹਿ ਸਕਦੇ ਆਪਾਂ ਇਹਨਾਂ ਨੂੰ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਤਾਂ ਇਹਨੇ ਪਰਮਾਨੈਂਟ ਆਰਮੀ ਰੱਖੀ, ਅਮੀਨਾਂ ਤੇ ਡਿਪੈਂਡ ਨਹੀਂ ਹੋਇਆ ਵੀ ਜਦੋਂ ਮੈਨੂੰ ਜ਼ਰੂਰਤ ਪਊਗੀ ਤਾਂ ਅਮੀਨ ਵੇਲੇ ਫੌਜ ਲੈ ਕੇ ਆਉਣਗੇ। ਪਰਮਾਨੈਂਟ ਆਰਮੀ ਸੀ ਇਹਦੇ ਲਵੇ, ਤੇ ਉਹ ਸਾਰੀ ਆਰਮੀ ਨੂੰ ਇਹ ਕੈਸ਼ ਦੇ ਵਿੱਚ ਪੇ ਕਰਦਾ ਸੀ ਜੀ। ਪਹਿਲਾਂ ਕੀ ਹੁੰਦਾ ਸੀ, ਕੋਈ ਅਲਾਟ ਕਰ ਦਿੱਤਾ ਹੁੰਦਾ ਸੀ ਤੁਹਾਡਾ ਜ਼ਮੀਨ ਵੀ ਇੱਥੋਂ ਤੁਹਾਡਾ ਕਰ ਲੈ ਲਓ, ਆਹ ਕਰ ਲੈ, ਉਹ ਨਹੀਂ, ਇਹਨੇ ਕੈਸ਼ ਦੇ ਵਿੱਚ ਅਲਾਉ ਕੀਤਾ ਸਾਰਿਆਂ ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਇਸ ਨੇ ਨਵਾਂ ਕਨਸੈਪਟ ਸ਼ੁਰੂ ਕੀਤਾ ਜੀ, ਦਾਗ ਅਤੇ ਚਿਹਰਾ। ਜੋ ਦਾਗ ਸੀ ਜੀ, ਇਹਦੇ ਵਿੱਚ ਜੋ ਘੋੜੇ ਹੁੰਦੇ ਸੀਗੇ ਅਮੀਨਾਂ ਦੇ, ਜਿੰਨੇ ਜਿੰਨੇ ਘੋੜੇ ਹੁੰਦੇ ਸੀ ਉਹਨਾਂ ਨੂੰ ਦਾਗ ਲਾਏ ਜਾਂਦੇ ਸੀ, ਬਾਈ ਆ ਇਹਦੇ ਨੇ, ਆ ਇਹਦੇ ਨੇ, ਤਾਂ ਉਹਦੇ ਨਾਲ ਗਿਣਤੀ ਰਹੂਗੀ, ਠੀਕ ਹੈ ਜੀ। ਚਿਹਰੇ ਦਾ ਮਤਲਬ ਸੀ ਵੀ ਜਿੰਨੇ ਵੀ ਇਹਦੇ ਸਿਪਾਹੀ ਹੁੰਦੇ ਸੀ ਉਹਨਾਂ ਦਾ ਨਕਸ਼ਾ ਉਤਾਰ ਕੇ ਰੱਖਿਆ ਜਾਂਦਾ ਸੀ। ਚਿਹਰਾ ਦੇ ਨਾਲ ਨਾਲ ਇੱਕ ਹੋਰ ਵਰਡ ਇਹਨੂੰ ਵਰਤ ਲਿਆ ਜਾਂਦਾ ਜੀ, ਹੂਲੀਆ। ਸੋ ਇਹਨੇ ਦੋ ਚੀਜ਼ਾਂ ਹੋਰ ਸ਼ੁਰੂ ਕੀਤੀਆਂ, ਦਾਗ ਤੇ ਚਿਹਰਾ, ਜਾਂ ਹੂਲੀਆ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ, ਠੀਕ ਹੈ ਜੀ। ਰੈਵਨਿਊ ਦੀ ਗੱਲ ਕਰੀਏ ਤਾਂ ਰੈਵਨਿਊ ਦੇ ਵਿੱਚ ਆਪਾਂ ਜ਼ਮੀਨ ਨੂੰ ਮਿਣਨ ਦੇ ਲਈ ਨਵੀਂ ਟਰਮ ਬਿਸਵਾ, ਜਿਹੜਾ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਜੀ, ਬਿਸਵਾ ਅਲਾਉਦੀਨ ਖਿਲਜੀ ਨੇ ਸ਼ੁਰੂ ਕੀਤਾ, ਠੀਕ ਹੈ ਜੀ। ਸਿੰਪਲ ਜਿਹਾ ਕਨਸੈਪਟ ਸੀ, ਜਿੰਨਾ ਵੀ ਤੁਸੀਂ ਪ੍ਰੋਡਿਊਸ ਕਰੋਗੇ ਅੱਧਾ ਜਿਹੜਾ ਤੁਹਾਡਾ ਕਿੰਗ ਨੂੰ ਜਾਊ, ਸੁਲਤਾਨ ਨੂੰ ਜਾਊਗਾ, ਸਟੇਟ ਦਾ ਜਿਹੜੇ ਵੀ ਤੁਹਾਡਾ ਸ਼ਾਸਨ ਹੈ ਉਹਨੂੰ ਅੱਧਾ ਤੁਹਾਡਾ ਪ੍ਰੋਡਕਸ਼ਨ ਜਾਊਗੀ ਜੀ। ਸਿੰਪਲ ਜਿਹਾ ਕਨਸੈਪਟ ਸੀ ਇਹਨਾਂ ਦਾ, ਠੀਕ ਹੈ ਜੀ। ਚਲੋ ਨੈਕਸਟ, ਇਸ ਤੋਂ ਇਲਾਵਾ ਜੀ ਇਹਨੇ ਅਲਾਈ ਕਿਲਾ ਬਣਵਾਇਆ, ਅਲਾਈ ਦਰਵਾਜ਼ਾ ਬਣਵਾਇਆ ਜੋ ਕੁਤਬ ਮੀਨਾਰ ਦੇ ਸਾਹਮਣੇ ਪਾਇਆ ਜਾਂਦਾ ਜੀ। ਹੌਜੇ ਖਾਸ, ਹੌਜੇ ਸਿਤੂ, ਸਿਕੰਦਰੇ ਸਾਨੀ ਨਾਮ ਦਾ ਇਹਨੇ ਟਾਈਟਲ ਸੀ ਜਿਹੜਾ ਉਹ ਅਡਾਪਟ ਕੀਤਾ। ਸੀਰੀ ਨਾਮ ਦਾ ਇਹਨੇ ਸ਼ਹਿਰ ਬਣਵਾਇਆ ਜੀ। ਸੋ ਕਾਫੀ ਚੀਜ਼ਾਂ ਇਹਨੇ ਕੀਤੀਆਂ ਨੇ, ਠੀਕ ਹੈ ਜੀ। ਚਲੋ ਨੈਕਸਟ ਜੀ, ਅਲਾਉਦੀਨ ਖਿਲਜੀ ਹੁਣ ਤੁਹਾਡਾ ਟੌਪ ਲੈਵਲ ਦਾ ਸ਼ਾਸਕ ਇੱਥੇ ਆ ਗਿਆ ਜੀ। ਦਿੱਲੀ ਸਲਤਨਤ ਨੂੰ ਇਹਨੇ ਕਾਫੀ ਜ਼ਿਆਦਾ ਦੂਰ ਤੱਕ ਵਿਸਥਾਰ ਕੀਤਾ, ਕਾਫੀ ਦੂਰ ਤੱਕ ਦਿੱਲੀ ਸਲਤਨਤ ਨੂੰ ਇਹ ਲੈ ਕੇ ਗਿਆ। ਸੋ ਆਪਾਂ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਸੀ ਕਿ ਜਦੋਂ ਇੱਕ ਵਾਰ ਤੁਹਾਡੇ ਲਵੇ ਟੌਪ ਦਾ ਸ਼ਾਸਕ ਆ ਜਾਂਦਾ ਹੈ ਵੀ ਬਹੁਤ ਤਗੜਾ ਸ਼ਾਸਕ ਹੈ, ਬਹੁਤ ਦੂਰ ਤੱਕ ਤੁਹਾਡਾ ਹਮਲੇ ਕਰ ਚੁੱਕਿਆ ਜੀ, ਬਹੁਤ ਚੀਜ਼ਾਂ ਨੂੰ ਐਡਵਾਂਸ ਕਰ ਸਕਿਆ, ਤਾਂ ਉਸ ਤੋਂ ਜਿਹੜਾ ਅਗਲਾ ਸ਼ਾਸਕ ਹੈ ਉਹ ਪਹਿਲਾਂ ਵਾਲੇ ਤੋਂ ਵੀ ਤਕੜਾ ਹੋਣਾ ਜ਼ਰੂਰੀ ਹੈ ਅਗਰ ਏਡਾ ਵੱਡਾ ਸ਼ਾਸਨ ਤੁਸੀਂ ਸਾਂਭ ਕੇ ਰੱਖਣਾ ਹੈ, ਠੀਕ ਹੈ। ਬਟ ਖਿਲਜੀ ਦੇ ਰੂਲ ਦੇ ਵਿੱਚ ਇਦਾਂ ਨਾ ਹੋਇਆ, ਤੇ ਮੋਸਟ ਆਫ ਇਦਾਂ ਹੁੰਦਾ ਵੀ ਨਹੀਂ। ਅਲਾਉਦੀਨ ਖਿਲਜੀ ਤੋਂ ਬਾਅਦ ਜਿਹੜੇ ਸ਼ਾਸਕ ਆਏ ਜੀ ਉਹ ਇਹਨੇ ਕੰਮ ਦੇ ਨਾਰੇ ਵੀ ਜੋ ਇਹਨੇ ਕੰਮ ਸਟਾਰਟ ਕੀਤਾ ਉਹਨੂੰ ਕੰਟਰੋਲ ਦੇ ਵਿੱਚ ਰੱਖ ਸਕਣ, ਸਾਂਭ ਸਕਣ। ਸੋ ਅਲਾਉਦੀਨ ਖਿਲਜੀ ਤੋਂ ਬਾਅਦ ਇਹਦਾ ਜਿਹੜਾ ਵੰਸ਼ ਸੀ ਉਹ ਖਤਮ ਹੋ ਗਿਆ ਜੀ, ਤਾਂ ਨਵਾਂ ਵੰਸ਼ ਤੁਹਾਡੇ ਲਈ ਸ਼ੁਰੂ ਹੋਇਆ, ਤੁਗਲਕ ਵੰਸ਼। ਅਲਾਉਦੀਨ ਖਿਲਜੀ ਵੰਸ਼ ਦਾ ਆਖਰੀ ਸ਼ਾਸਕ ਸੀ ਨਸਰੂਦੀਨ ਸ਼ਾਹ, ਠੀਕ ਹੈ ਜੀ। ਨਸਰੂਦੀਨ ਸ਼ਾਹ ਜਿਹਨੂੰ ਕਿ 1320 ਦੇ ਵਿੱਚ ਗਿਆਸੁਦੀਨ ਤੁਗਲਕ ਨੇ ਮਾਰ ਦਿੱਤਾ ਜੀ। ਇਹਦਾ ਨਾਮ ਸੀ ਗਿਆਸੁਦੀਨ ਤੁਗਲਕ ਦਾ ਗਾਜ਼ੀ ਮਲਿਕ। ਸੋ ਇਸਨੇ ਇਸ ਨੂੰ ਕਤਲ ਕਰ ਦਿੱਤਾ। ਇਸ ਦੇ ਨਾਲ ਤੁਹਾਡਾ ਜੋ ਖਿਲਜੀ ਵੰਸ਼ ਹੈ
वो समाप्त हो गए जी। समाप्त होने के नाल तुहाडे लवे आ गया तुगलक वंश। नैक्सट है जी तुगलक वंश 1320 तो 14 उपरले आपां फिनिश कर दिंदे आ जी, तां ये अपने वरतन दे लई चीज आ जाएगी। ठीक है, ये वंश तुहाडे निबड़ के हो चुके। चलो जी, हुण आ गया जी अपने लवे तुगलक वंश। पहला शासक है जी तुहाडा गयासुद्दीन तुगलक। सब तो पहला तो यह जी कि गयासुद्दीन तुगलक ने गाजी की उपाधि ली। गाजी बेसिकली जो उपाधि है वह मुस्लिम धर्म के उदों ली जाती है जिहड़ा काफिरां नूं मारदा होवे, वो गाजी की उपाधि लैंदा हुंदा। ठीक है जी। चलो, अलाउद्दीन का जिहड़ा सिस्टम चल रहा सीगा जी, उहनूं कंटिन्यू करते हुए थोड़ी जी ने ढिल दी। इस तो इलावा इन्हें नहरां वगैरह बनवाइयां। ठीक है जी, ते भुखमरी की पॉलिसी लैके आंदी, नीति लैके आंदी। इस तो इलावा इस बंदे ने पुलिस अरेंजमेंट सी जिहड़ी वो भी कीते, न्यायपालिका दे विच कुछ सुधार किए। इस बंदे ने आपदे शासन दे विच जिन्ना टाइम देखा है डाक सिस्टम सॉरी डाक सिस्टम नूं इन्हें एफिशिएंट किया। डाक सिस्टम से जिहड़ा वो चलाया। इस तो इलावा मार्केट दे विच इसने नवां सिस्टम लैके आंदा जी, बटाई सिस्टम शुरू किया। इसने बटाई सिस्टम की गयासुद्दीन तुगलक ने शुरुआत की। ठीक है जी। चलो, इस तो बाद इहदा एक बेटा सी जी जिसका नाम सीगा जौना खान। वो अगे साउथ दे विच इहदे वल्लों हमले कर रहे थे, काफी दूर तक यह पहुंच रहा है जी। गयासुद्दीन तुगलक ने जी दिल्ली के नेड़े नवां शहर वसाया सी जिसका नाम सी तुगलकाबाद, ते अज भी यह उत्थे एरिया पाया जाता है। तुगलकाबाद का नाम का शहर वसाया ते उहनूं अपनी इहने राजधानी बनाया। ठीक है जी। होया कि एक बार किते यह जित प्राप्त करके आ रहे थे 1325 के विच, तां ओहदी जित की खुशी के विच एक इहदा पवेलियन सैट किया होया सी, उच्चा प्लेटफॉर्म से काफी। ਉਹਦੇ ਉੱਪਰ गयासुद्दीन तुगलक ने खड़ के अपना जो भी भाषण वगैरह करना सीगा। ठीक है। सो तुगलक जिहड़ा तुहाडा प्लेटफॉर्म से तैयार किया सी इहदे बेटे जौना खान ने। सो जदों यह उपर चढ़िया तो प्लेटफॉर्म थले डिग गया सारे का सारा। वो डिगण के नाल ਉਹਦੇ ਵਿੱਚ दबण ਦੇ ਨਾਲ जी गयासुद्दीन तुगलक की मौत हो गई 1325 ਦੇ ਵਿੱਚ। ठीक है जी। तो इस तो बाद जिहड़ा शासक आया अगला सुल्तान बनया, वो बनया जी तुहाडा जौना खान, जिसका नाम है मुहम्मद बिन तुगलक। जौना खान अगला शासक बनया। चलो, जौना खान आ गई 1325 तो लैके 1351 तक इसने राज किया जी। मुहम्मद बिन तुगलक नाम के हेठ यह गद्दी के उपर आया। हुण इहनूं पहला थोड़ा तुहानूं मैं दसदा कि इहनूं पता सी। बहुत ज़्यादा ये तुहाडा आम इंसान नहीं सी, काफ़ी अलग टाइप का सी जी। ये कह रहे हैं कि इस बंदे नूं अरबी, फारसी, एस्ट्रोनॉमी, फिलोसफी, मैथ, मेडिसन इन्हां चीज़ों का बहुत ज़्यादा ज्ञान सी, बहुत दूर तक ज्ञान सी, इन्हों एक्सपर्ट सी इन्हां चीज़ों के विच। ठीक है जी। पर जो तुहाडा इतिहास है उहदे विच मुहम्मद बिन तुगलक दे लिए आपां एक नाम वरतदे हुंदे हां, अक्सर पेपरां दे विच पुछ लिया जाता जी। इहनूं कहा जाता जी पढ़िया लिखिया मूर्ख राजा। ठीक है जी। मुहम्मद बिन तुगलक नूं आखदे ने पढ़िया लिखिया मूर्ख राजा। या तो यह हो सकता है भाई इन्ना ज़्यादा पढ़ गया सी कि मत है जिहड़ी इहदी वो काफ़ी ज़्यादा वाइड हो गई, जिहड़े आम लोगों के समझ दे विच नहीं आई। ठीक है जी। वो क्यों कहने आपां इहनूं, वैसे तो इन्हें कई काम करने की कोशिश की, कई ये सक्सैसफुल भी होए नेगे। सो हुंदा की हुंदा बेसिकली समाज इस तरह का हैगा कि तुसीं कुछ भी करो, चंगे तो चंगे कामां करां दी तुसीं लाइन ला दो। ठीक है जी। अगर तुहाडे तो एक भी समाज दे विच गलत काम हो जाता तो तुहाडे सारे चाहे 100 चंगे काम ने वो भुला दिते जांदे। ठीक है जी। तो वो एक जिहड़ा तुहाडा गलत काम होया उसे नूं पिक कर लिया जाता है भी भाई इहने तां आ कर दिता, क्योंकि समाज है जिहड़ा इहदे विच समाज दे विच आपां ही रहने, आपां ही लोक आ। तो तुसीं अपने ते ही निगाह मार लो कि लोकां नूं की चाहीदा हुंदा है, क्यों कीता, किवें कीता, उहदे नाल कोई लेण देण, उहनां नूं सिर्फ मसाला चाहीदा हुंदा है। इह सिस्टम हुंदा है। ठीक है। सो इसे का शिकार होया तुहाडा मुहम्मद बिन तुगलक। इस बंदे ने कई चंगे काम किए ने, बट वो निगाह दे विच नहीं आउंदे, ना ही वो तुहाडे पेपरां दे विच आउंदे ने, क्योंकि बेसिकली इहदे
जो काम गलत होए ने वो पुछ लए जाते हैं, ठीक है जी। वो किहड़े किहड़े मशहूर ने, ਇਹਦੀ ਥੋੜੀ ਜਿਹੀ ਕਾਲੀ ਹੈ, ਇਹਦਾ ਕਾਲੀ ਪਾਣੀ ਨੂੰ ਮਰਵਾ ਗਿਆ। ਇਹਨੇ 5 ਤੁਹਾਡੇ ਜੋ ਪ੍ਰੋਜੈਕਟ ਅਲੱਗ-ਅਲੱਗ ਜਾਂ ਐਕਸਪੀਡੀਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਉਹ ਇਹਦੇ ਫੇਲ ਹੋਏ ਸੀ। ਸਭ ਤੋਂ ਪਹਿਲਾਂ ਤਾਂ ਕੀ 1326 ਦੇ ਵਿੱਚ ਸੋਕਾ ਪੈ ਗਿਆ ਜੀ ਤੇ ਭੁੱਖਮਰੀ ਫੈਲ ਗਈ। ਤਾਂ ਉਸ ਟਾਈਮ ਦੇ ਵਿੱਚ ਇਹ ਕਹਿੰਦਾ ਫਿਰ ਵੀ ਜਿਹੜਾ ਭਾਈ ਗੰਗਾ ਤੇ ਯਮੁਨਾ ਦੇ ਵਿਚਕਾਰ ਦਾ ਦੁਆਬ ਹੈ ਉਹਦੇ ਉੱਪਰ ਅਸੀਂ ਟੈਕਸ ਵਧਾ ਰਹੇ ਹਾਂਗੇ। ਉੱਥੇ ਭੁੱਖਮਰੀ ਫੈਲੀ ਹੋਈ ਹੈ, ਲੋਕ ਮਰ ਜਾਂਦੇ ਤੇ ਉਹਨਾਂ ਉੱਪਰ ਟੈਕਸ ਵਧਾ ਰਿਹਾ ਹੈਗਾ ਵੀ ਤੁਸੀਂ ਹੁਣ ਦੁੱਗਣਾ ਟੈਕਸ ਦਿਓਗੇ, ਉਹਨਾਂ ਲਈ ਦਾਣੇ ਵੀ ਖਾਣ ਨੂੰ ਨਹੀਂ ਹੋ ਰਹੇ। ਤਾਂ ਉਹਦੇ ਨਾਲ ਹੋਇਆ ਕਿ ਉਹ ਲੋਕਾਂ ਨੇ ਵਿਦਰੋਹ ਕਰ ਦਿੱਤਾ। ਤਾਂ ਇਹਦਾ ਉਹ ਜਿਹੜਾ ਸਿਸਟਮ ਸੀ ਇਹਨੂੰ ਵਾਪਸ ਲੈਣਾ ਪਿਆ, ਫੇਲ ਹੋ ਗਿਆ। ਕਹਿੰਦਾ ਠੀਕ ਹੈ ਰਹਿਣ ਦਿਓ, ਨਾ ਲੜੋ ਨਾ ਤੁਸੀਂ, ਠੀਕ ਹੈ ਜੀ। ਸੋ ਉਹ ਵੀ ਇਹਦਾ ਫੇਲ ਹੋ ਗਿਆ। ਦੂਸਰਾ ਜੀ, ਇਸ ਤੋਂ ਬਾਅਦ ਇਹ ਕਹਿੰਦਾ 1327 ਦੇ ਵਿੱਚ ਇਹ ਟਿਕ ਨਹੀਂ ਰਿਹਾ ਸੀ, ਟਿਕਿਆ ਨਹੀਂ ਜਾਂਦਾ ਜੀ ਬੇਸਿਕਲੀ। ਤੋਂ 1327 ਦੇ ਵਿੱਚ ਇਹ ਕਹਿੰਦਾ ਵੀ ਯਾਰ ਦਿੱਲੀ ਹੈ ਨਾ, ਦਿੱਲੀ ਤੋਂ ਜਿਹੜੀਆਂ ਨੀਚੇ ਵਾਲੀਆਂ ਸਟੇਟਸ ਨੇ ਦੱਖਣ ਵਾਲੀਆਂ, ਉਹ ਕਾਬੂ ਕਰਨੀਆਂ ਔਖੀਆਂ ਨੇ। ਇਦਾਂ ਕਰੋ ਆਪਾਂ ਚੱਲ ਦਿਆਂਗੇ ਤੁਹਾਡਾ ਨਵਾਂ ਸ਼ਹਿਰ ਹੈ ਜਿਹੜਾ, ਕਹਿੰਦਾ ਮੈਂ ਤੁਹਾਨੂੰ ਦੱਸ ਦਾਂਗਾ, ਦੌਲਤਾਬਾਦ। ਦਿਓਗਿਰੀ ਹੈ ਬੰਗਾਲ ਦੇ ਵਿੱਚ, ਦਿਓਗਿਰੀ ਉਹਨਾਂ ਨੇ ਨਵਾਂ ਨਾਮ ਦਿੱਤਾ ਸੀ ਦੌਲਤਾਬਾਦ। ਉੱਥੇ ਚੱਲਦੇ ਆ ਕਹਿੰਦਾ, ਉੱਥੋਂ ਆਪਾਂ ਕੰਟਰੋਲ ਕਰਾਂਗੇ। ਸੋ ਆਪਣੀ ਨਵੀਂ ਰਾਜਧਾਨੀ ਕਿਹੜੀ ਹੋਊਗੀ? ਦੌਲਤਾਬਾਦ। ਸੋ ਗਰਮੀ ਦੇ ਮਹੀਨੇ ਦੇ ਵਿੱਚ ਸਾਰਿਆਂ ਨੂੰ ਠਾ ਕੇ ਲੈ ਗਿਆ ਜੀ ਇਹ ਜੋ ਵੀ ਸੀਗੇ। ਜਿਹੜਾ ਨਹੀਂ ਜਾ ਰਿਹਾ ਸੀ ਉਹਨੂੰ ਧੱਕੇ ਦੇ ਨਾਲ ਠਾ ਕੇ ਲੈ ਗਿਆ ਵੀ ਚੱਲ ਕਿਵੇਂ ਤੂੰ ਜਾਂਦਾ ਕਿਵੇਂ ਨਹੀਂ, ਠੀਕ ਹੈ ਜੀ। ਸੋ ਇਦਾਂ ਠਾ ਕੇ ਲੈ ਗਿਆ ਤਾਂ ਉੱਥੇ ਜਾ ਕੇ ਪਹੁੰਚਿਆ ਤੇ ਉੱਥੇ ਰਿਹਾ। ਕਹਿੰਦਾ ਨਹੀਂ ਸੈੱਟ ਨਹੀਂ ਆ ਰਿਹਾ, ਵਾਪਸ ਚਲੋ ਦਿੱਲੀ। ਸੋ ਫਿਰ ਵਾਪਸ ਦਿੱਲੀ, ਅੱਧੇ ਜਾਣ ਵੇਲੇ ਮਰ ਗਏ ਜੀ, ਅੱਧੇ ਆਉਣ ਵੇਲੇ ਮਰ ਗਏ। ਸੋ ਇਹਦਾ ਐਕਸਪੀਡੀਸ਼ਨ ਜਿਹੜਾ ਸੀ ਉਹ ਮੇਨ ਪ੍ਰੋਜੈਕਟ ਸੀ ਇਹਦਾ ਫੇਲ ਹੋਇਆ। ਨੈਕਸਟ ਜੀ 1329 ਦੇ ਵਿੱਚ ਇਹ ਕਹਿੰਦਾ ਵੀ ਭਾਈ ਇਦਾਂ करो कि रात के 12 बजे से आपकी जो ये करेंसी है वो अवैध हो जाएगी, ठीक है जी। सो सेम सिस्टम इन्हें किया, डीमोनेटाइजेशन कर दी। मसला की कहना भाई जिन्ने भी तुहाडे लवे सिक्के नेगे ਉਹ ਤੁਹਾਡੇ ਅੱਜ ਤੋਂ ਬੰਦ ਹੋ ਰਹੇ ਨੇਗੇ। ਜੋ ਵੀ ਤੁਹਾਡੇ ਕਾਂਸੇ ਦੇ ਸਿੱਕੇ ਨੇਗੇ, ਸੌਰੀ ਸਿਲਵਰ ਦੇ ਨੇਗੇ, ਉਹ ਤੁਹਾਡੇ ਬੰਦ ਹੋ ਰਹੇ ਨੇ ਅੱਜ ਤੋਂ। ਤਾਂ ਹੁਣ ਤੋਂ ਤੁਹਾਡੇ ਲਈ ਕਾਂਸੇ ਦੇ ਸਿੱਕੇ ਚੱਲਣਗੇ, ਠੀਕ ਹੈ। ਸੋ ਅਗਰ ਕਿਸੇ ਲਈ ਕਾਂਸੇ ਦੇ ਸਿੱਕੇ ਸਿਲਵਰ ਦੇ ਸਿੱਕੇ ਲੈ ਜਾ, ਕਹਿੰਦਾ ਮੈਨੂੰ ਤੁਸੀਂ ਦੇ ਕੇ ਕਾਂਸੇ ਦੇ ਸਿੱਕੇ ਲੈ ਜਾ ਸਕਦੇ ਹੋ। ਸੋ ਇਹਨੇ ਕੋਸ਼ਿਸ਼ ਕੀਤੀ, ਉਹ ਵੀ ਫੇਲ ਹੋ ਗਿਆ। ਲੋਕਾਂ ਨੇ ਆਪਣੇ ਭਾਂਡਿਆਂ ਚੋਂ ਹੀ ਕੱਟ ਕੇ ਸਿੱਕੇ ਵਰਤਣੇ ਸ਼ੁਰੂ ਕਰ ਦਿੱਤੇ। ਇਕਨੋਮੀ ਫੇਲ ਹੋ ਗਈ। ਦੁਬਾਰਾ ਫਿਰ ਕਹਿੰਦਾ ਨਹੀਂ ਇਹ ਸਿਲਵਰ ਦੇ ਸਿੱਕੇ ਚਲਾਓ ਯਾਰ, ਐ ਨਹੀਂ ਕੰਮ ਚੱਲਦਾ। ਸੋ ਇਹ ਵੀ ਇਹਦਾ ਫੇਲ ਹੋ ਗਿਆ ਜੀ। ਨੈਕਸਟ ਇੱਕ ਜੀ ਇਸ ਤੋਂ ਬਾਅਦ ਖੁਰਾਸਨ ਨਾਮ ਦਾ ਏਰੀਆ ਸੀਗਾ, ਅਫਗਾਨਿਸਤਾਨ ਦੇ ਵਿੱਚ ਪਾਇਆ ਜਾਂਦਾ। ਉੱਥੇ ਥੋੜੇ ਜਿਹੇ ਹਾਲਾਤ ਸੀ, ਗੜਬੜਾਹਟ ਰਹੇ ਸੀਗੇ। ਉੱਥੋਂ ਦਾ ਜਿਹੜਾ ਸ਼ਾਸਕ ਸੀਗਾ ਕੰਟਰੋਲ ਨਹੀਂ ਕਰ ਪਾ ਰਿਹਾ ਸੀਗਾ। ਸੋ ਇਹ ਕਹਿੰਦਾ ਵੀ ਭਾਈ ਜੋ 1329 ਦੇ ਵਿੱਚ ਇਹਨੇ ਰਾਇ ਬਣਾਈ ਵੀ ਉਹ ਏਰੀਆ ਜਿਹੜਾ ਉਹਨੂੰ ਮੈਂ ਕੈਪਚਰ ਕਰੂੰਗਾ, ਉਹਨੂੰ ਮੈਂ ਸਟੇਬਲ ਕਰੂੰਗਾ। ਉੱਥੇ ਸ਼ਾਸਕ ਨਹੀਂ ਸੀਗਾ, ਆਪਸ ਦੇ ਵਿੱਚ ਸਿਵਲ ਵਾਰ ਚੱਲ ਰਹੀ ਸੀ। ਤਾਂ ਇਹਨੇ ਫੌਜ ਇਕੱਠੀ ਕਰ ਲਈ, ਬੜੀ ਵੱਡੀ ਫੌਜ ਇਕੱਠੀ ਕਰ ਲਈ ਜੀ। ਤੇ ਉਹ ਜਿਹੜੀ ਫੌਜ ਸੀ ਉਹਨੂੰ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਪੈਸੇ ਦੇ ਦਿੱਤੇ, ਸਾਰਿਆਂ ਨੂੰ ਤਨਖਾਹ ਦੇ ਦਿੱਤੀ, ਕਾਫੀ ਖਰਚਾ ਕਰਕੇ ਹਥਿਆਰ ਵਗੈਰਾ ਬਣਾਏ, ਸਾਰੀ ਤਿਆਰੀ ਕਰ ਲਈ ਜੀ ਇਹਨੇ। ਪਰ ਜਦੋਂ ਨੂੰ ਇਹਦੀ ਤਿਆਰੀ ਕੰਪਲੀਟ ਹੋਈ, ਉਹ ਜਿਹੜਾ ਖੁਰਾਸਨ ਦਾ ਏਰੀਆ ਸੀ ਉਸ ਦੇ ਉੱਪਰ ਸ਼ਾਸਕ ਆ ਗਿਆ ਘੈਂਟ ਜਾ ਤਕੜਾ ਜਾ। ਤਾਂ ਇਸ ਤੋਂ ਬਾਅਦ ਕਹਿੰਦਾ ਨਹੀਂ ਹੁਣ ਨਹੀਂ ਪੰਗਾ ਲੈਂਦੇ, ਕਹਿੰਦਾ ਜਾਓ, ਕਹਿੰਦਾ ਖੇਡੋ ਤੁਸੀਂ ਜਾਓ, ਹੁਣ ਨਹੀਂ ਬਸ। ਸੋ ਇਹਨੇ ਉਹ ਵੀ ਤੁਹਾਡਾ ਕੀ ਸੀ ਜੋ ਕੰਮ ਸੀ ਇਹਦਾ ਖਤਮ ਹੋ ਗਿਆ, ਮੁਹੰਮਦ ਬਿਨ ਤੁਗਲਕ ਦਾ, ਠੀਕ ਹੈ ਜੀ। ਲਾਸਟ ਇਸ ਤੋਂ ਬਾਅਦ ਕਰਾਚਨ ਨਾਮ ਦਾ ਏਰੀਆ ਸੀ, ਇਹ ਤੁਹਾਡਾ ਹਿਮਾਲਿਆ ਤੋਂ ਪਾਰ ਪਾਇਆ ਜਾਂਦਾ ਜੀ। ਇਹ ਕਹਿੰਦਾ ਜੀ ਮੈਂ ਕਹਿੰਦਾ ਜਾ ਕੇ ਉੱਥੇ ਹਮਲਾ ਕਰੂੰਗਾ, ਟੈਨਸ਼ਨ ਨਾ ਲਓ, ਮੈਂ ਕਰਾਚਨ ਤੇ ਹਮਲਾ ਕਰੂੰ, ਮੈਂ ਹੈਗਾ। ਸੋ ਆਪਣੀ ਫੌਜ ਨੂੰ ਲੈ ਕੇ ਗਿਆ ਜੀ, ਸਾਰਾ ਕ੍ਰਾਸ ਕੀਤਾ ਹਿਮਾਲਿਆ ਨੇ, ਉੱਥੇ ਹਮਲਾ ਕੀਤਾ ਤੇ ਹਮਲਾ ਇਹਦਾ ਸਕਸੈਸਫੁਲ ਵੀ ਹੋਇਆ। ਉਹਨੂੰ ਲੁੱਟਿਆ ਇਹਨੇ ਹਮਲਾ ਕਰਕੇ। ਬਟ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਵਾਪਸ ਆਉਂਦੇ ਹੋ ਗਈ ਜੀ ਠੰਡ, ਤੇ ਹਿਮਾਲਿਆ ਦੇ ਵਿੱਚ ਬਰਫ਼ ਜੰਮਣੀ ਸ਼ੁਰੂ ਹੋ ਗਈ ਤੇ ਲਗਭਗ ਅੱਧੀ ਫੌਜ ਸੀ ਜਿਹੜੀ ਇਹਦੀ ਹਿਮਾਲਿਆ ਦੇ ਵਿੱਚ ਮਰੀ ਗਈ, ਠੀਕ ਹੈ ਜੀ। ਸੋ ਇਹਦੇ 5 ਫੇਲਡ ਐਕਸਪੀਡੀਸ਼ਨ ਸੀਗੇ ਜਿਨ੍ਹਾਂ ਦੇ ਲਈ ਮੁਹੰਮਦ ਬਿਨ ਤੁਗਲਕ ਨੂੰ ਪੜ੍ਹਿਆ ਲਿਖਿਆ ਮੂਰਖ ਰਾਜਾ ਕਿਹਾ ਜਾਂਦਾ ਹੈ। ਅੱਜ ਮੈਂ ਲੰਬੀ ਕਲਾਸ ਲਾਉਣ ਦੀ ਸੋਚ ਰਿਹਾ ਸੀ, ਬੜਾ ਇਹ ਗੱਲ ਨਹੀਂ ਲਗਾਉਣ ਦੇਗਾ। ਚਲੋ ਜੀ ਨੈਕਸਟ, ਮੁਹੰਮਦ ਬਿਨ ਤੁਗਲਕ 1352 ਦੇ ਵਿੱਚ ਚੱਲ ਵਸਿਆ ਜੀ। ਤੇ ਇਹਦੇ ਵਿੱਚ ਜੋ ਕਿਹਾ ਜਾਂਦਾ 1352 ਦੇ ਵਿੱਚ ਜੋ ਐਕਚੁਅਲੀ ਗਿਆ ਨਾ, ਤਾਂ ਇਹਦੇ ਲਈ ਵਰਡ ਵਰਤਿਆ ਜਾਂਦਾ ਹੈਗਾ ਕਿ ਨਾਮ ਨਹੀਂ ਮੇਰੇ ਯਾਦ ਆ ਰਿਹਾ ਕਿਹੜਾ ਰਾਈਟਰ ਸੀਗਾ, ਉਹਨੇ ਲਿਖਿਆ ਹੋਇਆ ਸੀ ਕਿਤਾਬ ਦੇ ਵਿੱਚ ਕਿ ਇਹ ਹੋਇਆ ਕੀ ਜੀ ਕਿ ਜੋ ਰਾਜਾ ਸੀ ਉਹ ਪ੍ਰਜਾ ਤੋਂ ਛੁੱਟ ਗਿਆ ਤੇ ਪ੍ਰਜਾ ਰਾਜੇ ਤੋਂ ਛੁੱਟ ਗਈ। ਦੋਨੋਂ ਇੱਕ ਦੂਜੇ ਤੋਂ ਦੁਖੀ ਸੀ ਜਦੋਂ ਮੁਹੰਮਦ ਬਿਨ ਤੁਗਲਕ ਦੀ ਡੈਥ ਹੋਈ, ਠੀਕ ਹੈ ਜੀ। ਨੈਕਸਟ ਆਈ ਤੁਹਾਡਾ ਫਿਰੋਜ਼ ਸ਼ਾਹ ਤੁਗਲਕ। ਹੁਣ ਫਿਰੋਜ਼ ਸ਼ਾਹ ਤੁਗਲਕ ਹੈ,
टाइम पीरियड है जी 1352 तो 88। पहली गल तो यह कि इनू आपां नहरां दे लई जाणदे आ, नहरी सिस्टम नूं इहने काफ़ी ज़्यादा उत्साहित किया, नवीं नहरां भी बनवाईयां, जिहड़ियां पिछलियां नहरां सीगियां उन्हां नूं मुरम्मत करवाई जी। सो काफ़ी इन्हें एक्सपैंड किया, इरीगेशन एक्सपैंड किया, जिहदे नाल एग्रीकल्चर है जिहड़ी वो वधिया हो सके। हुण ये पानी का जो जिन्ना भी इन्हें सिस्टम किया, ਇਹਦੇ ਲਈ ਇਹਨੇ पैसे भी ਲਏ, पानी के उपर ਇਹਨੇ टैक्स लाया जी। इको एक ਤੁਹਾਨੂੰ शासक मिलूगा जिन्हें पानी के उपर टैक्स लाया हैगा। हक ए शरब जां हसल ए शरब, ठीक है जी। ये टैक्स सी जिहड़ा इन्हें पानी के उपर लगाया फिरोज शाह तुगलक ने। ठीक है जी। सतलुज तो घग्गर जोड़ दी इसने कैनाल बनाई। इस तो इलावा जी यमुना तो पानी है जिहड़ा हिसार तक पहुंचाया इन्हें, ते बाकी जिहड़ा आपां इहनूं जाण देंगे और जाण दे शहरां दे लई आपां देखांगे किहड़े-किहड़े ने बनवाए ने। गुलाम प्रथा सी, गुलामी प्रथा नूं उत्साहित किया, उहदे लई इहने एक डिपार्टमेंट अलग बनाया जी, दीवान ए बंदगो। ठीक है जी, दीवान ए बंदगो डिपार्टमेंट बनाया। इस तो इलावा फतेहाबाद, हिसार, फिरोजपुर, जौनपुर, फिरोजाबाद, ये नवे ने शहर बनवाए जी। कुतुब मीनार की रिपेयर करवाई जी। ये टाइम से होया कि सी जिहड़ा कुतुब मीनार का टॉप का स्टोरे है, जो तुम कुतुब मीनार अगर देखते हो तो तुहानूं उपर वो चिट्टी दिखती है। टॉप के स्टोरे के उपर बिजली डिगी सी, उहदे नाल तबाह हो गई सी। ठीक है जी, वो स्टोरे सी जिहड़ा डिस्ट्रॉय हो गया सी, तो इसने संगमरमर ला के उसकी रिपेयर करवाई, कुतुब मीनार की रिपेयर करवाई जी। नैक्सट जी दारुल शिफा। दारुल शिफा नामक हस्पताल इन्हें दिल्ली के विच बनवाया जी। ते गरीब लड़कियां दे विआह दे लई इन्हें नवां डिपार्टमेंट चलाया, दीवान ए खैरात। दीवान ए खैरात नामक डिपार्टमेंट जिहड़ा जी वो गरीब लड़कियां दे लई इन्हें शुरू करवाया। नवे सिक्के चलाए जी इन्हें, एक दा सीगा अद्धा, एक सी जी भीख। ये दो सिक्के इसने शुरू करवाए। नैक्सट जी जजिया कर सी जिहड़ा वो इसने अलग तो शुरू किया जी। हुण इत्थे नोट कर लो, जजिया कर फिरोज शाह तुगलक ने शुरू किया है। जजिया कर की शुरुआत की जी। इसके दरबार दे विच सी जी एक इतिहासकार बरानी सी जी, उसने लिखी है तारीख ए फिरोज शाही। तारीख ए फिरोज शाही बरानी द्वारा लिखी गई जी। 1388 ਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਦੀ ਡੈਥ ਹੋ ਗਈ ਜੀ। ਤਾਂ ਨੈਕਸਟ ਇਸ ਤੋਂ ਬਾਅਦ ਜਿਹੜੇ ਤੁਗਲਕ ਸੀਗੇ ਉਹ ਸ਼ਾਸਨ ਨੂੰ ਸੰਭਾਲਣ ਵਾਲੇ ਨਾ ਆਏ, ਤਾਂ ਤੁਗਲਕ ਵੰਸ਼ੀ ਜਿਹੜਾ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ ਜੀ। ਤੇ ਇਸ ਤੋਂ ਬਾਅਦ ਚੱਲਦਾ ਚੱਲਦਾ ਇਹ ਨਿਬੜ ਗਿਆ, ਕਾਫੀ ਹੱਦ ਤੱਕ ਨਿਬੜ ਗਿਆ। ਇਸ ਤੋਂ ਬਾਅਦ ਸੈयद ਵੰਸ਼ ਆਇਆ ਸ਼ਾਰਟ ਪੀਰੀਅਡ ਦੇ ਲਈ, ਇੱਕ ਤੁਹਾਡਾ ਸੈयद ਵੰਸ਼ ਆਇਆ ਹੈਗਾ। ਇਹਦੇ ਵਿੱਚ ਕਈ ਜ਼ਿਆਦਾ ਸ਼ਾਸਕ ਨੇ ਡਿਫਰੈਂਟ ਰਹੇ ਨੇਗੇ ਜੀ। ਸਭ ਤੋਂ ਪਹਿਲਾਂ ਤਾਂ ਇਹਦੇ टाइम पीरियड काफ़ी 88 तो लैके 1414। इस टाइम पीरियड के विच जिहड़े आखिरी दे शासक सी तुगलकां दे, उहदे विच होया की सी जी 1398 दे विच तैमूर ने हमला किया सीगा भारत के उपर। तैमूर ने हमला किया जी दिल्ली के उपर, तो उन्हें पूरी तरह दिल्ली सी जिहड़ी तबाह कर दी सी। कहा जाता है कि भारत विच कदे भी कदे एक हमले दे विच इन्नी वड्डा टुक नहीं देखी गई सी जिन्नी तैमूर ने की सी। सो उन्हें जिहड़े आखिरी तुगलक सीगे ये बहुत ज़्यादा कमजोर पा दिते सीगे। 1414 तक दे बहुत ज़्यादा ढिले पै गए सी ये। सो इन्हां दे विच ना तां ताकत रही अगे कंट्रोल करदी, ना ही सामर्थ्य रही। तैमूर का हमला इदां दा होया सीगा। सो इन्हां दे विचों ही अगे निकलिया जी खिजर खान, जिसने तैमूर की हैल्प की सी इस हमले दे विच। ਤਾਂ ਉਹਦੀ ਹੈਲਪ ਦੇ ਬਦਲੇ ਜੀ ਤੈਮੂਰ ਨੇ ਉਸਨੂੰ ਇਸ ਏਰੀਆ ਦਾ, ਲਾਹੌਰ ਏਰੀਆ ਦਾ ਗਵਰਨਰ ਲਾ ਦਿੱਤਾ। ਤਾਂ ਖਿਜਰ ਖਾਨ ਤੋਂ ਤੁਹਾਡੇ ਲਈ ਅੱਗੇ ਸ਼ੁਰੂ ਹੁੰਦਾ ਜੀ ਸੈयद ਵੰਸ਼ 1414 ਤੋਂ 52। ਇਹਦੇ ਵਿੱਚ ਮੈਂ ਤਾਂ ਹੀ ਉਹ ਨਾਮ ਨਹੀਂ ਲਿਖਿਆ ਹੋਇਆ ਜੀ। ਖਿਜਰ ਖਾਨ ਤੋਂ ਸ਼ੁਰੂਆਤ ਹੁੰਦੀ ਹੈ ਜੀ। ਠੀਕ ਹੈ ਜੀ। ਚਲੋ ਖਿਜਰ ਖਾਨ ਨੇ ਕਦੇ ਵੀ आपदे आप ਨੂੰ शासक नहीं समझा, वो हमेशा तैमूर ਨੂੰ शासक समझदा ते ਉਹਦਾ खुद ਨੂੰ गवर्नर समझदा सी जी। इस तो बाद आया मुबारक शाह, फिर आया जी मुहम्मद शाह, फिर आया अलाउद्दीन शाह आलम। लास्ट रूलर से जिहड़ा सैयद वंश का
ਉਹ ਸੀ ਅਲਾਉਦੀਨ ਸ਼ਾਹ ਆਲਮ। ठीक है जी, ਅਲਾਉਦੀਨ ਸ਼ਾਹ ਆਲਮ ਸੀ ਜਿਹੜਾ, ਉਹਨੇ ਆਪਣੇ ਆਪ ਬਹਿਲੋਲ ਲੋਧੀ ਦੇ ਖਾਤਰ ਗੱਦੀ ਛੱਡ ਦਿੱਤੀ ਜੀ, ਗੱਦੀ ਛੱਡ ਕੇ ਪਰੇ ਹੋ ਗਿਆ। ਤਾਂ ਨੈਕਸਟ ਤੁਹਾਡੇ ਲਈ ਸ਼ੁਰੂ ਹੋ ਗਿਆ ਲੋਧੀ ਵੰਸ਼ 1452 ਤੋਂ ਲੈ ਕੇ 1452 ਤੋਂ ਲੈ ਕੇ 1526 ਤੱਕ ਚੱਲਿਆ ਜੀ। ਤੇ ਪਹਿਲਾ ਸ਼ਾਸਕ ਆ ਗਿਆ ਤੁਹਾਡਾ ਲੋਧੀ ਵੰਸ਼ ਦਾ ਬਹਿਲੋਲ ਲੋਧੀ 1452 ਤੋਂ 1499। ठीक है जी, ਚਲੋ ਬਹਿਲੋਲ ਲੋਧੀ ਸੀ ਜਿਹੜਾ ਜੀ, इसने बहलोल सिक्के शुरू किए, सारकी साम्राज्य के उपर इन्हें कब्जा किया जी, काफी दूर तक यह सल्तनत नूं लैके गया। इस तो इलावा इदां दा सुल्तान सी जी यह जिहड़ा कदे भी तख्त के उपर नहीं बैठा सी, कदे भी गद्दी ते नहीं बैठा सी, हमेशा नीचे अमीना दे नाल बैठ के गलबात करदा हुंदा सी। ठीक है, इस तरह का शासक सी। बहलोल लोधी तो बाद 1499 ਦੇ ਵਿੱਚ आया जी सिकंदर लोधी, जो कि 1517 तक चलिया जी। इसने आगरा शहर से जिहड़ा बनया होया पहला तो उहनूं रीबिल्ड करवाया। जे आपां क्वेश्चन पुट कर दईए तां आगरे दे विच ऑप्शन होवे सिकंदर लोधी, तां सिकंदर लोधी टिक कीता जा सकदा जी। आगरा शहर बनवाया, इस तो बाद जी ते उहनूं अपनी राजधानी बनाया सी। इस चीज़ का ध्यान रखना है। नैक्सट जी गज ए सिकंदरी, मिंट दे लई गज ए सिकंदरी सी जिहड़ा वो सिकंदर लोधी द्वारा शुरू किया गया जी। सिकंदर लोधी नूं लिखण दा शौक सीगा, पर्शियन दे विच अपनी तुकां लिखदा हुंदा सी ते इहदा जिहड़ा पेन नेम सी वो सी जी गुलरुखी। सिकंदर लोधी दा गुलरुखी, ठीक है जी, इहदा पेन नेम सीगा। चलो जी, कुतुब मीनार की रिपेयर करवाई जी सिकंदर लोधी ने। 1517 ਦੇ ਵਿੱਚ ਇਸ ਦੀ ਡੈਥ ਹੋ ਗਈ ਜੀ। ਨੈਕਸਟ ਆਇਆ ਇਬਰਾਹਿਮ ਲੋਧੀ, ਉਸਦਾ ਬੇਟਾ ਇਬਰਾਹਿਮ ਲੋਧੀ ਆਇਆ ਜੀ। ਤੇ ਇਹ ਆ ਕੇ ਥੋੜਾ ਐਰੋਗੈਂਟ ਪਰਸਨ ਸੀ, ਇਗੋਇਸਟਿਕ ਪਰਸਨ ਸੀਗਾ, ਤਾਂ ਇਹਨੇ ਆ ਕੇ ਪੂਰਾ ਸੁਲਤਾਨ ਵਾਲਾ ਸਿਸਟਮ ਰੱਖ ਲਿਆ ਜੀ। ਅਮੀਨਾਂ ਨੂੰ ਇਹਨੇ ਜ਼ਿਆਦਾ ਡੈਲਟ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਜ਼ਿਆਦਾ ਹੀ ਤੁਹਾਡਾ ਕੀ ਹੈ फेवर के नाल गल नहीं करता सी। इसके गवर्नर से जी उन्होंने ढंग नाल गल नहीं करता सी, तो ये तो कई ज़्यादा तंग आ गए सी, जिवें कि पंजाब का जिहड़ा गवर्नर सी दौलत खान लोधी। सो ये शासन दे विच होया कि जी उन्होंने रल के दौलत खान लोधी हो गया, तो इस तो इलावा मेवाड़ का जिहड़ा राणा सांगा सी, इन्होंने रल के जी बाबर नूं सद्दा भेजा भी भाई आ तो तेरे खातर सारा खाली पियागा। तो इन्होंने ये सी भी बाबर आऊगा, डिस्ट्रॉय कर जो, इनू डिस्ट्रॉय करके लुट फुट करके चल जूगा, बाद में साडे खातर है सारा कुछ है। सो जी बाबर ने हमला किया, इब्राहिम लोधी के उपर हमला किया जी बाबर ने। तो इन्हां दे विच होई, इहदा तुहानूं पता ही हो जी सारिआं नूं किन्ने च होई, पानीपत की पहली लड़ाई 1526। ठीक है जी, इब्राहिम लोधी और बाबर के विचकार हुई जी, जिस दे विच इब्राहिम लोधी मारिया गया। तो तुहाडा जो बाबर सी उसने वापस जाने की बजाय भारत के उपर कब्जा कर लिया जी, दिल्ली के उपर, तो उसने रहना शुरू कर दिता। तो इस दे नाल तुहाडा दिल्ली सल्तनत का एंड हो गया। इब्राहिम सिकंदर लोधी के नाल लोधी वंश भी खत्म होया, ते नाल नाल दिल्ली सल्तनत भी जिहड़ी सी वो भी खत्म हो गई। ठीक है जी, सो ये सी तुहाडी सारी दिल्ली सल्तनत। हुण इहदे विच काफ़ी ज़्यादा चीज़ां भी होईयां ने, जिवें कि सूफी ने जिहड़े वो दिल्ली सल्तनत के समय ही काफ़ी ज़्यादा प्रफुल्लित होए ने, इस टाइम पीरियड दे विच आए ने जी। काफ़ी ज़्यादा बिल्डिंगां जनरेट होईयां ने, जिवें कुतुब मीनार हो गया, कुबतुल इस्लाम हो गया, 2.5 दिन का चौपड़ा, तुगलकाबाद, जौनपुर, फिरोजपुर, फिरोजाबाद, हिसार। सो काफ़ी ज़्यादा चीज़ां भी इन्होंने डेवलप कीतियां ने जी। हुण इस दे जिहड़े बुक्स सी वो भी काफ़ी इंपॉर्टेंट हो जाते, जिवें कि अमीर खुसरो दी तुगलकनामा, तारीक इलाही, ठीक है जी, खजाइन उल फतहू, इस तो इलावा जयदेव की बुक हैगी गीता गोविंद, जियादुल बरानी दी है तारीख ए फिरोज शाही। ठीक है जी, सो काफ़ी ज़्यादा इत्थे डेवलपमेंट भी आपां नूं साहित्य दी देखण नूं मिलदी है। म्यूजिक दे विच रबाब अते सरंगी जिहड़े सी वो तुहाडे इसे पासों आए ने, पर्शियन तो ही आपां ने वो सिखे ने, इधरों आए ने जी। अमीर खुसरो द्वारा तबला हो गया, सितार हो गया, इन्हां दी खोज की गई। कई रागां की भी जिहड़ी खोज सी वो भी की गई अमीर खुसरो द्वारा। ठीक है जी, सो इस तरह काफ़ी बड़ा इंपैक्ट सी दिल्ली सल्तनत ने इस टाइम पीरियड के उपर पाया जी। इस तो बाद तुहाडे लवे आ जांदा जी बाबर। जो बाबर सी
ਉਹ ਸੀਗਾ ਜੀ ਮੁਗਲ। ਬੇਸਿਕਲੀ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਸੀ ਉਹ ਮੰਗੋਲ ਨਾਲ ਸੰਬੰਧਿਤ ਸੀ, ਤਾਂ ਮੰਗੋਲ ਤੋਂ ਇਹਨਾਂ ਦਾ ਨਾਮ ਬਣਿਆ ਜੀ ਅੱਗੇ ਮੁਗਲ। ਇਹਨਾਂ ਨੇ ਉਪਾਧੀ ਲੈਤੀ ਸੀ ਆਪਣੇ ਆਪ ਨੂੰ ਬਾਦਸ਼ਾਹ ਦੀ, ਤਾਂ ਇਹਨਾਂ ਨੂੰ ਆਪਾਂ ਆਖਦੇ ਹਾਂ ਜੀ ਬਾਦਸ਼ਾਹ, ਠੀਕ ਹੈ ਜੀ। ਤੇ ਸਾਮਰਾਜ ਤੇ ਜਿਹੜਾ ਤੁਹਾਡਾ ਉਹ ਸ਼ੁਰੂ ਹੋ ਜਾਂਦਾ ਹੈ ਮੁਗਲ ਸਾਮਰਾਜ। ਨੈਕਸਟ ਹੈ ਜੀ ਮੁਗਲ ਸਾਮਰਾਜ। ਸਭ ਤੋਂ ਪਹਿਲਾਂ ਤੁਹਾਡੇ ਲਈ ਆਉਂਦਾ ਜੀ ਬਾਬਰ। पंद्रह सौ 26 ਤੋਂ 30। 26 ਦੇ ਵਿੱਚ ਪਾਣੀਪਤ ਦੀ ਲੜਾਈ ਜਿੱਤੀ ਜੀ ਇਹਨੇ। ਜਿੱਤਣ ਸਾਰ ਦਿੱਲੀ ਦੇ ਉੱਪਰ ਇਸਨੇ ਕਬਜ਼ਾ ਕੀਤਾ। ਉਸ ਤੋਂ ਬਾਅਦ ਬਾਕੀ ਜਿਨ੍ਹਾਂ ਨੇ ਹੈਲਪ ਵੀ ਕੀਤੀ ਸੀ ਜਾਂ ਬੁਲਾਇਆ ਵੀ ਸੀ ਉਹਨਾਂ ਨੂੰ ਵੀ ਇਹਨੇ ਨਹੀਂ ਛੱਡਿਆ ਜੀ। 1527 ਦੇ ਵਿੱਚ ਖਾਨਵਾ ਦੀ ਲੜਾਈ ਜਿੱਤੀ ਇਹਨੇ, ਜਿਹਦੇ ਵਿੱਚ ਇਸਨੇ ਰਾਣਾ ਸਾਂਗਾ ਨੂੰ ਹਰਾਇਆ। ਮੇਵਾੜ ਦਾ ਜੋ ਰਾਣਾ ਸਾਂਗਾ ਸੀ ਉਹਨੂੰ ਹਰਾਇਆ ਤੇ ਗਾਜ਼ੀ ਦੀ ਉਪਾਧੀ ਲੈਤੀ ਜਿਹਨੇ, ਗਾਜ਼ੀ ਦਾ ਟਾਈਟਲ ਲੈਤਾ। 1528 ਦੇ ਵਿੱਚ ਚੰਦੇੜੀ ਦੀ ਲੜਾਈ ਜੀ। 1529 ਦੇ ਵਿੱਚ ਘਾਗਰਾ ਦੀ ਲੜਾਈ ਇਸਨੇ ਜਿੱਤੀ। ਘਾਗਰਾ ਦੀ ਜਿਹੜੀ ਲੜਾਈ ਸੀ ਉਹ ਇਸ ਤਰ੍ਹਾਂ ਦੀ ਸੀ ਜੀ, ਮੱਧਕਾਲੀਨ ਭਾਰਤ ਦੀ ਇੱਕੋ ਇੱਕ ਲੜਾਈ ਜਾਂ ਪਹਿਲੀ ਲੜਾਈ ਹੈ ਸੌਰੀ, ਜਿਹੜੀ ਇੱਕੋ ਟਾਈਮ ਦੇ ਉੱਪਰ ਧਰਤੀ ਅਤੇ ਪਾਣੀ ਦੋਨਾਂ ਦੇ ਉੱਪਰ ਲੜੀ ਗਈ ਜੀ, ਘਾਗਰਾ ਦੀ ਲੜਾਈ, ਯਾਦ ਰੱਖਣਾ ਇਸੇ ਨੂੰ। ਨੈਕਸਟ ਜੀ, ਇਸ ਤੋਂ ਬਾਅਦ ਇਹਨੇ ਬਾਦਸ਼ਾਹ ਦੀ ਉਪਾਧੀ ਲੈਤੀ, ਤਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਮੁਗਲ ਬਾਦਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ, ਠੀਕ ਹੈ ਜੀ। ਇਸਨੇ ਆਪਣੀ ਖੁਦ ਹੋਈ ਸਵੈ ਜੀਵਨੀ ਜਾਂ ਆਟੋਬਾਇਓਗ੍ਰਾਫੀ ਖੁਦ ਹੀ ਲਿਖੀ ਜੀ, ਤੁਜ਼ਕ-ਏ-ਬਾਬਰੀ। ਤੁਜ਼ਕ-ਏ-ਬਾਬਰੀ ਜੋ ਕਿ ਤੁਰਕੀ ਭਾਸ਼ਾ ਦੇ ਵਿੱਚ ਹੈ। ਤੁਰਕੀ ਭਾਸ਼ਾ ਦੇ ਵਿੱਚ ਇਸਨੇ ਲਿਖੀ ਜੀ ਤੁਜ਼ਕ-ਏ-ਬਾਬਰੀ, ਜਾਂ ਇਹਨੂੰ ਬਾਬਰਨਾਮਾ ਵੀ ਕਿਹਾ ਜਾਂਦਾ, ਇਸ ਚੀਜ਼ ਦਾ ਵੀ ਧਿਆਨ ਰੱਖਣਾ, ਠੀਕ ਹੈ ਜੀ। ਚਲੋ, ਸੋ ਬਾਬਰ ਦਾ ਇਹਨਾਂ ਸਕਸੈਸਫੁਲ ਹੋਣ ਦਾ ਵੱਡਾ ਕਾਰਨ ਕੀ ਸੀ ਜੀ, ਕਿ ਉਹਨੇ ਭਾਰਤ ਦੇ ਵਿੱਚ ਜੋ ਗਨ ਪਾਊਡਰ ਸੀ ਜਾਂ ਜਿਹਨੂੰ ਆਪਾਂ ਬਰੂਦ ਕਹਿ ਦਿੰਦੇ ਆ, ਉਹਨੂੰ ਇੰਟਰੋਡਿਊਸ ਕੀਤਾ। ਆਰਟਿਲਰੀ ਤੋਪਾਂ ਦਾ ਇਹਨੇ ਬੜਾ ਵੱਡਾ ਇਸਤੇਮਾਲ ਕੀਤਾ ਜੀ, ਇਹਦੇ ਕਰਕੇ ਕਾਫੀ ਜ਼ਿਆਦਾ ਸਕਸੈਸਫੁਲ ਹੋਇਆ ਸੀ। 1530 ਦੇ ਵਿੱਚ ਅਖੀਰ ਇਸ ਦੀ ਡੈਥ ਹੋਈ ਜੀ, ਤਾਂ ਡੈਥ ਤੋਂ ਬਾਅਦ ਇਸ ਨੂੰ ਕਾਬੁਲ ਵਿਖੇ ਦਫਨਾਇਆ ਗਿਆ। ਇਸ ਤੋਂ ਬਾਅਦ ਹਿਮਾਯੂ ਗੱਦੀ ਦੇ ਉੱਪਰ ਆਇਆ ਜੀ। ਹਿਮਾਯੂ ਇਦਾਂ ਹੀ ਪੈਣ ਦੀ ਧਿਆਨ ਰੱਖਣਾ, ਹਿਮਾਯੂ ਗੱਦੀ ਤੇ ਆਇਆ ਤੇ ਇਹਦਾ ਟੁੱਟਾ ਭੱਜਿਆ ਜਿਹਾ ਟਾਈਮ ਹੈ 1530 ਤੋਂ 40 ਅਤੇ 1555 ਤੋਂ 56, ਦੋ ਟਾਈਮ ਪੀਰੀਅਡ ਨੇ ਜੀ ਹਿਮਾਯੂ ਦੇ। ਮਹਿਮ ਅੰਗਾ ਦਾ ਬੇਟਾ ਸੀ ਜੀ ਇਹ, ਬਾਬਰ ਤੇ ਮਹਿਮ ਅੰਗਾ ਦਾ ਬੇਟਾ ਸੀਗਾ। ਸੋ ਸਭ ਤੋਂ ਪਹਿਲਾਂ ਤਾਂ ਇਸ ਨੇ ਜੋ ਆਪਣੇ ਰਾਜਪੂਤ ਸੀ ਉਹਨਾਂ ਦੇ ਉੱਪਰ ਵੀ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਕਲਿੰਜਰ ਨਾਮ ਦੀ ਜਗ੍ਹਾ ਸੀ ਜੀ, ਉਸ ਦੇ ਨੇ ਹਮਲਾ ਕੀਤਾ। ਚੁਨਾਰ ਦੇ ਉੱਪਰ ਇਹਨੇ ਹਮਲਾ ਕੀਤਾ ਜੀ 1533 ਦੇ ਵਿੱਚ। ਚੁਨਾਰ ਦੇ ਜਿਹੜੀ ਪ੍ਰੋਟੈਕਸ਼ਨ ਕਰ ਰਹੇ ਸੀ ਉਹ ਸੀ ਸ਼ੇਰ ਖਾਨ। ਸ਼ੇਰ ਖਾਨ ਉਹੀ ਹੈ ਜਿਹਨੂੰ ਤੁਸੀਂ ਸ਼ੇਰ ਸ਼ਾਹ ਸੂਰੀ ਦੇ ਨਾਮ ਨਾਲ ਜਾਣਦੇ ਹੋ। ਤਾਂ ਇੱਥੇ ਉਹਨਾਂ ਦੀ ਬੈਟਲ ਹੋਈ ਜੀ, ਤਾਂ ਉਹ ਬੈਟਲ ਦੇ ਨਾਲ ਕੰਮ ਸੀ ਇੱਕ ਵਾਰ ਜਿਹੜਾ ਟਲ ਗਿਆ। ਨੈਕਸਟ ਜੀ, ਚੌਸਾ ਦੀ ਲੜਾਈ ਹੋਈ 1539 ਦੇ ਵਿੱਚ ਸ਼ੇਰ ਸ਼ਾਹ ਦੇ ਨਾਲ ਹੋਈ, ਸ਼ੇਰ ਖਾਨ ਦੇ ਨਾਲ ਟਸਲ ਚੱਲਦੀ ਲਈ ਚੁਨਾਰ ਦੇ ਵਿੱਚ, ਠੀਕ ਹੈ ਜੀ। ਚੌਸਾ ਦੀ ਲੜਾਈ ਹੋਈ, ਇਹਦੇ ਵਿੱਚ ਹਿਮਾਯੂ ਹਾਰ ਗਿਆ। ਨੈਕਸਟ ਜੀ ਤੁਹਾਡੀ ਹੋਈ ਕਨੌਜ ਦੀ ਲੜਾਈ 1540 ਦੇ ਵਿੱਚ। ਸ਼ੇਰ ਸ਼ਾਹ ਜਾਂ ਸ਼ੇਰ ਖਾਨ ਅਤੇ ਹਿਮਾਯੂ ਦੇ ਵਿਚਕਾਰ ਹੋਈ ਜੀ, ਤੇ ਹਿਮਾਯੂ ਸੀ ਜਿਹੜਾ ਉਹ ਦੇਸ਼ ਛੱਡ ਕੇ ਭੱਜ ਗਿਆ ਜੀ। ਤੇ ਇਸ ਏਰੀਆ ਦੇ ਉੱਪਰ 1540 ਤੋਂ ਲੈ ਕੇ 55 ਤੱਕ ਫਿਰ ਜੋ ਅਫਗਾਨ ਸੀਗੇ, ਪਹਿਲਾਂ ਤਾਂ ਸ਼ੇਰ ਸ਼ਾਹ ਸੂਰੀ 1540 ਤੋਂ 45, ਉਸ ਤੋਂ ਬਾਅਦ ਉਹਦੇ ਜਿਹੜੇ ਅੱਗੇ ਸਕਸੈਸਰ ਸੀ ਉਹਨਾਂ ਦਾ ਕਬਜ਼ਾ ਰਿਹਾ ਜੀ, ਠੀਕ ਹੈ। ਸੋ ਇਹ ਤੁਹਾਡਾ ਉਹਨਾਂ ਟਾਈਮ ਬਾਹਰ ਰਹੇਗਾ। 1555 ਦੇ ਵਿੱਚ ਇਸ ਨੂੰ ਚਾਂਸ ਮਿਲਿਆ। ਬਹਿਰਾਮ ਖਾਨ ਦੀ ਮਦਦ ਦੇ ਨਾਲ ਇਸਨੇ ਜੀ ਜੋ ਪੰਜਾਬ ਦੇ ਏਰੀਆ ਸੀ, ਲਾਹੌਰ ਵਾਲਾ ਏਰੀਆ ਹੋ ਗਿਆ, ਸਿਆਲਕੋਟ ਇਸ ਵਾਲੇ ਏਰੀਆ ਹੋ ਗਏ, ਇਹਨਾਂ ਦੇ ਉੱਪਰ ਇਹਨੇ ਕਬਜ਼ਾ ਕੀਤਾ ਜੀ, ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ, ਠੀਕ ਹੈ ਜੀ। ਚਲੋ, 1556 ਦੇ ਵਿੱਚ ਕੀ ਹੋਇਆ ਜੀ, ਆਪਣੀਆਂ ਪੌੜੀਆਂ ਸੀ ਜਿਹੜੀਆਂ ਲਾਇਬ੍ਰੇਰੀ ਦੀਆਂ ਪੌੜੀਆਂ, ਉਹਨਾਂ ਦੇ ਉੱਪਰੋਂ ਡਿੱਗ ਕੇ ਇਸ ਬੰਦੇ ਦੀ ਡੈਥ ਹੋ ਗਈ ਤੇ ਹਿਮਾਯੂ ਚੱਲ ਵਸਿਆ। ਹਿਮਾਯੂ ਤੋਂ ਬਾਅਦ ਉਸ ਦਾ ਬੇਟਾ, ਛੋਟੀ ਉਮਰ ਦਾ ਬੇਟਾ ਜੀ, ਉਹ ਗੱਦੀ ਤੇ ਆਇਆ। ਉਹਦਾ ਨਾਮ ਹੈ ਜੀ, ਜਾਣਦੇ ਹੋ ਤੁਸੀਂ ਸਾਰੇ, ਅਕਬਰ। ਅਕਬਰ ਨੇ ਰਾਜ ਕੀਤਾ ਜੀ 1556 ਤੋਂ 1605 ਤੱਕ, ਠੀਕ ਹੈ ਜੀ। 1542 ਦੇ ਵਿੱਚ ਇਹਦਾ ਜਨਮ ਹੋਇਆਗਾ। ਮਾਤਾ ਸੀ ਜਿਹੜੀ, ਉਸ ਦਾ ਨਾਮ ਸੀ ਜੀ ਹਾਮਿਦਾ ਬਾਨੂ ਬੇਗਮ।
14 साल की उम्र ਦੇ ਵਿੱਚ ਕਲਾਨੌਰ ਵਿਖੇ, ध्यान रखना जी कलानौर गुरदासपुर जिले ਦੇ ਵਿੱਚ पाया जाता है। पुलिस के एग्जाम च भी आया सी ते रीसेंटली तुहाडा हुण दोबारा फिर तो ट्रिपल एसपी के एग्जामां दे विच आया जी। कलानौर विखे इसका जो ताजपोशी की गई, सरहद की लड़ाई हुई, माछीवाड़े की लड़ाई हुई जी, तो इन्होंने अगे एडवांस करना शुरू कर दिता ते काफ़ी ज़्यादा पंजाब का एरिया से इन्होंने कैप्चर कर लिया। नैक्सट जी 1556 दे विच तुहाडे कोल होई है जी दूसरी पानीपत की लड़ाई, पानीपत की दूजी लड़ाई। अकबर वाली साइड तो लड़ रहा सीगा जी बैराम खान, ठीक है जी, तो दूसरे पासे जो अफगान सीगे उस टाइम का शासक सीगा, ओदी वजीर सी जी, और अफगान शासक सी आदिल शाह सूर, ओदा जो वजीर सी हेमू, वो उस तरफ तो लड़ रहा सी। सो बेसिकली हेमू और बैराम खान ने लड़ाई लड़ी सी। शासक सी अकबर तो दूसरे पासे सी आदिल शाह सूर, दोनों के विचकार। तो ये बैराम खान जित गया जी, अकबर जित गया, तो इन्हों का दिल्ली के उपर कब्जा हो गया, तो दोबारा इन्होंने एक्सपैंड करना शुरू कर दिता जी। तो मुगल बादशाह दोबारा फिर तो अकबर के समय शुरू हो गई। 1560 तो लैके 62 तक एक चलिए जी पेटीकोट गवर्नमेंट, जिहदे विच जो मेन लेडी सीगियां, जिन्हें उपर दी लेडी सी, उन्होंने रन करने की कोशिश की बट सक्सैसफुल ना हुई। इस तो बाद जी तुहाडा अकबर ने आपदे हाथ दे विच सिस्टम नूं लिया ते इहने अपने अकॉर्डिंग सिस्टम चलाउणा शुरू कर दिता। सब तो पहले तो इन्हें काफ़ी कब्जे भी किए ने, जिहड़े कब्जे वाले राज से उन्होंने कब्जे भी किए नहीं, इन्होंने जिवें राजपूत सी उन्हों के नाल ब्याह वाले संबंध स्थापित किए नहीं अकबर ने। कईयां दे नाल खुद भी ब्याह करवाए जी ने, ते अपने बेटे का भी ब्याह अगे जो सलीम सी प्रिंस सलीम ओदा भी करवाया, तो दूसरे बेटियां का भी करवाया जी। नैक्सट अकबर ने सिस्टम शुरू किया जी मनसबदारी, मनसबदारी सिस्टम शुरू किया। इस तो इलावा इन्हें एक अपना नवा धर्म चलाया सी जी दीन ए इलाही। इसे दे संबंध दे विच इन्हें एक बिल्डिंग बनाई सी जी इबादत खाना, जिथे डिस्कशन करता होंदा जी सारे नाल बैठ के, ठीक है जी। काफी ज्यादा लिबरल राजा रहा जी। जजिया कर लो इसने बंद करवा दिता सी, जजिया नूं बैन कर दिता कि यह लगाने की कोई जरूरत नहीं। अगर तुसीं सिख गुरुज पढ़े ने, जब आप प्रीवियस क्लासा लाइया, तो उहदे अकबर ने काफ़ी ज़्यादा दान भी इत्थे दिता। सो सारे धर्मों को दिता सी जी। बिहार, बंगाल, उड़ीसा ये एरियाज भी इन्हें कैप्चर कर लिए सी जी। हुण गल करते हैं अपन 9 रत्ना जी। अकबर के दरबार के 9 रत्न पाए जाते सी जी। अबुल फजल, फैजी अब्दुल, तानसेन, बीरबल, राजा टोडरमल, राजा मान सिंह, अब्दुल रहीम खाने खना, फकीर अजीउद्दीन, मुल्ला दो प्याजा, ये 9 रत्न सी जी। राजा टोडरमल सी उसने स्थापित किया सी जी कर दा सिस्टम, जिन्हों टोडरमल का बंदोबस्त कहते हैं, या एक होर नाम के नाल जानते जी दशाला सिस्टम। तानसेन सी जी काफी तकड़ा म्यूजिशियन सीगा, वो संगीतकार सी। राजा मान सिंह सी ओहदा काफी तकड़ा जरनैल सीगा जी। बीरबल सी ओहदे नाल जिहदे आपां बचपन तो ही ओहदियां स्टोरियां पढ़ते आ रहे हैं, हास्य मजाक वालियां, वो बीरबल का संबंध सी जी इहदे नाल सीगा, ठीक है जी। चलो नैक्सट जी अकबर के कोर्ट में जी 1585 दे विच राल्फ फिच आया सीगा जी, इंग्लिशमैन राल्फ फिच आया। इस तो बाद जी अबुल फजल ने अकबर के ऊपर किताब लिखी सी जिन्होंने कहते हैं अकबरनामा या आइन ए अकबरी, ठीक है जी। चलो नैक्सट अकबर की डेथ हुई जी 1605 दे विच। डेथ तो बाद इसका बेटा अगे आया जहांगीर। जहांगीर का शासन रहा जी 1605 तो 1627। 1605 तो 1627 इसका नाम सी जी प्रिंस सलीम। जो गद्दी ते आया तो इसने टाइटल लेता जी नूरुद्दीन मुहम्मद जहांगीर का, ठीक है जी। फतेहपुर सीकरी विखे इसका जन्म होया जी। इसकी मैरिज हुई सी 1585 दे विच मानबाई दे नाल, 1587 दे विच जोधाबाई दे नाल मैरिज हुई जी। मोस्ट ऑफ लाहौर दे विच रहा सीगा जी। इसका बेटा सी जी बड़ा जहांगीर का खुसरो, उसने बगावत कर दी, तो बगावत करके
पंजाब दे नाल संबंधित सिख गुरुआं नाल संबंधित आपां हिस्टरी कीती सी, ਉਹਦੇ ਵਿੱਚ पढ़िया सी ਤਾਂ ਉਹ 5th गुरु अर्जन देव ਦੇ ਕੋਲ ਗਿਆ ਤਾਂ ਜਿਸ ਦੇ ਸੰਬੰਧ ਦੇ ਵਿੱਚ गुरु अर्जन देव ਨੂੰ जहांगीर द्वारा शहीद करवा दिता गया सी। ठीक है जी। चलो, जहांगीर की एक पत्नी सी जी नूर जहां, इसका नाम सी जी नूर जहां। एक्चुअल जिहड़ा असल नाम सी वो सी इहदा महरुनिसा। नूर जहां इहनूं टाइटल दिता सी जहांगीर ने उहदी खूबसूरती करके, ते जहांगीर इहदे काफी ज्यादा प्रभाव दे विच सी जी, काफी अंडर सी नूर जहां दे वो। सो कई बार तो इदां भी हुंदा सी भी जिहड़े दरबार दे फैसले भी हुंदे सी वो भी नूर जहां तो प्रभावित हुंदे सीगे, ਉਹਦੇ ਰਾਹੀਂ ਨਿਕਲਦੇ ਸੀਗੇ। ठीक है जी। सो ਇਹਦੇ ਨਾਲ ਇੱਕ ਵਾਰ ਜਹਾਂਗੀਰ ਨੂੰ ਫੜ ਵੀ ਲਿਆ ਗਿਆ ਸੀਗਾ, ਕਿਡਨੈਪ ਕਰ ਲਿਆ ਗਿਆ ਸੀ ਜੀ, ਤੇ ਨੂਰ ਜਹਾਂ ਦੇ ਰਾਜਨੀਤਿਕ ਜੋ ਯਤਨ ਸੀ ਉਹਨਾਂ ਕਰਕੇ ਹੀ ਜਹਾਂਗੀਰ ਨੂੰ ਛਡਵਾਇਆ ਗਿਆ। ਠੀਕ ਹੈ ਜੀ। ਸੋ ਇਸ ਤਰ੍ਹਾਂ ਦੀ ਔਰਤ ਸੀ, ਰਾਜਨੀਤੀ ਦੇ ਵਿੱਚ ਕਾਫੀ ਜ਼ਿਆਦਾ ਪੈ ਕੇ ਰਾਜੀ ਸੀ। ਜਹਾਂਗੀਰ ਦੇ ਨਾਲ ਸੰਬੰਧਿਤ ਆ ਜਾਂਦੀ ਜੀ ਇੱਕ ਜੰਜੀਰ ਏ ਅਦਲ। ਉਹ ਕੀ ਸੀ ਕਿ ਇਹਦਾ ਜੋ ਦਰਬਾਰ ਹੁੰਦਾ ਸੀ, महल सी ਇਹਦਾ ਜਿਹੜਾ, ਉਹਦੇ ਬਾਹਰ ਇੱਕ ਜੀ ਵੱਡੀ ਸਾਰੀ ਬੈਲ ਲੱਗੀ ਹੁੰਦੀ ਸੀ। ਉਹਦਾ ਕੀ ਮਸਲਾ ਸੀ ਕਿ ਕਹਿੰਦਾ ਵੀ ਅਗਰ ਤੁਹਾਨੂੰ ਇਹ ਲੱਗੇ ਪੂਰੇ ਦੇਸ਼ ਦੇ ਵਿੱਚ ਜਿਹੜਾ ਵੀ ਇਹਦਾ ਰਾਜ ਹੈ ਵੀ ਤੁਹਾਨੂੰ ਕਿਤੇ ਜਸਟਿਸ ਨਹੀਂ ਮਿਲ ਰਿਹਾ, ਇਨਸਾਫ ਨਹੀਂ ਮਿਲ ਰਿਹਾ, ਤਾਂ ਤੁਸੀਂ ਅੱਧੀ ਰਾਤ ਨੂੰ ਆ ਕੇ ਵੀ ਉਹ ਬੈਲ ਖੜਕਾ ਸਕਦੇ ਹੋ ਤੇ ਉਸੇ ਟਾਈਮ ਦਰਬਾਰ ਲਾ ਕੇ ਜਿਹੜਾ ਤੁਹਾਡਾ ਜਸਟਿਸ ਹੈ ਜਾਂ ਨਿਆਂ ਹੈਗਾ ਉਹ ਕੀਤਾ ਜਾਊਗਾ। ਠੀਕ ਹੈ ਜੀ। ਉਸ ਬੈਲ ਦਾ ਨਾਮ ਸੀ ਜੰਜੀਰ ਏ ਅਦਲ। ਠੀਕ ਹੈ ਜੀ। ਚਲੋ, ਕੰਮ ਦੀ ਗੱਲ, कैप्टन हॉकिंस आया जी ਇਹਦੇ ਦਰਬਾਰ ਦੇ ਵਿੱਚ 1608 ਦੇ ਵਿੱਚ। ਉਸ ਤੋਂ ਬਾਅਦ ਆਏ ਸਰ ਥਾਮਸ रो 1615 ਦੇ ਵਿੱਚ ਇਹਦੇ ਦਰਬਾਰ ਦੇ ਵਿੱਚ ਪਹੁੰਚੇ ਨੇ। ਠੀਕ ਹੈ ਜੀ। ਡੈਥ ਹੋਈ ਜੀ ਜਹਾਂਗੀਰ ਦੀ 1627 ਦੇ ਵਿੱਚ। ਅਸੀਂ ਇਸ ਨੂੰ ਲਾਹੌਰ ਵਿਖੇ ਦਫਨਾਇਆ ਗਿਆ। ਰਚਨਾ ਜੀ ਇਹਦੀ ਆਪਣੀ ਆਟੋਬਾਇਓਗ੍ਰਾਫੀ ਹੈ ਤੁਝ ਕੇ ਜਹਾਂਗੀਰੀ। ਤੁਝ ਕੇ ਜਹਾਂਗੀਰੀ ਇਸਨੇ ਲਿਖੀ। ठीक है जी। ਇਹ ਸੀ ਤੁਹਾਡਾ ਜਹਾਂਗੀਰ। ਇਸ ਤੋਂ ਬਾਅਦ ਜੀ ਅੱਗੇ ਇਹਦਾ ਬੇਟਾ ਆ ਜਾਊਗਾ ਸ਼ਾਹਜਹਾਂ, ਉਹਨੂੰ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਵਰ ਅਪ ਕਰਾਂਗੇ। ਠੀਕ ਹੈ ਜੀ। ਸੋ ਅੱਜ ਦੇ ਲਈ ਇੰਨਾ ਹੀ, ਧੰਨਵਾਦ।